मैं होर ठाऊं नाही, जिस पै करूं बेनंती। मेरा दुख सुख तुझ ही पास। पहला मरण कबूल, जीवन की छड्ड आस। हो सबना की रेणुका, तो आओ हमारे पास। हो सबना की रेणुको हमारे पास। जो तो प्रेम खेलन का जाओ, सिर धर तली गली मेरी आओ। इत मार्ग पैर तरी जै, सिर दीजै कान ना कीजै। इत मार्ग पैर तरी जै, सिर दीजै कान ना कीजै। परम सम्मानयोग जुगो जुग अटल हाजरा हजूर सर्ब कला भरपूर। नाम बाणी के बोहित हलत पलत सवार देने वाले सतगुरु धन गुरु ग्रंथ साहिब सच्चे पातशाह महाराज, तिन्हां दी पावन पवित्र हजूरी अंदर सज बैठे गुरु प्यारे गुरु सवारे सत्कारयोग सत संगी जनों, अकाल पुरख वाहिगुरु जी की अपार बख्शिश कृपा का सदका आप सरबत संगतां ने रल मिल के अपने बड़े वडेरियां अपने पुरखियां नूं अपने भरातां नूं उन्हां कौम दे महान शहीदां नूं याद करदिआं गुरमत समागम दीआं हाज़रियां भर के बड़े प्यार दे नाल बच्चिआं दे पासों बड़ी प्यारी इनकलाबी विचारधारा दीआं कवितावां प्यारे बच्चिआं ने आप जी दे नाल साझीआं कीतिआं ने। जिथे आप जी ने ऐसा नेक उपराला किया है, अपने रजीविਆਂ ਨੂੰ त्याग के गुरु घर दीआं हाज़रियां भरियां ने। कई बार ऐसा होंदा भी आपां कह दिंदे भी कीमती समय दे विचों समा कढ के आए हैं, असल विच कीमती समा वो हुंदा जदों गुरु की हजूरी विच बैठदे हैं। क्योंकि बाबे की बाणी का बचन है, साई घड़ी सुलखणी शाह नाल विहावै, जां फिर बाणी का बचन है, साई घड़ी सुलखणी सिमरत हर नाम। ਉਹੀ जीवन का पक्ष जिहड़ा वा ध्यान विच लैके आउणा असीं सारिਆਂ ने भी ਉਹੀ सुलखਣਾ है, ਉਹੀ भागां वाला है, ਉਹੀ घड़ी ਉਹੀ समा साडा जीवन का सफला है। ਜਦੋਂ ਅਸੀਂ ਆਪਣੇ ਬਜ਼ੁਰਗਾਂ ਨੂੰ ਵੱਡੇ ਵਡੇਰਿਆਂ ਨੂੰ ਜਾਂ ਗੁਰਮਤ ਦੇ ਰਸਤੇ ਤੇ ਚੱਲਣ ਦੀ ਵਿਉਂਤਬੰਦੀ ਕਰਦੇ ਹਾਂ, ਜੀਵਨ ਜਾਚ ਸਿੱਖਣ ਦੀ ਵਿਉਂਤਬੰਦੀ ਢੰਗ ਤਰੀਕਾ ਸਿੱਖਦੇ ਹਾਂ, ਉਹੀ ਸਮਾਂ ਸਫਲਾ ਹੈ। ਜਿੱਥੇ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਆਪਾਂ ਇਕੱਤਰ ਹੋਏ ਹਾਂ, ਤੇ ਇੱਕ ਬੇਨਤੀ ਆਰੰਭ ਵਿੱਚ ਮੈਂ ਕਰ ਦੇਵਾਂ ਵੀ ਕੁਝ ਨਾ ਕੁਝ ਪ੍ਰਾਪਤ ਕਰਕੇ ਲੈ ਕੇ ਜਾਣਾ ਆਪਾਂ। ਇਹ ਨਾ ਹੋਵੇ ਵੀ ਅਸੀਂ 250 ਕਿਲੋਮੀਟਰ ਤੋਂ ਚੱਲ ਕੇ ਆ ਕੇ ਤੁਹਾਡੇ ਕੋਲ ਲੈਕਚਰ ਕਰਕੇ ਤੁਰ ਜਾਈਏ, ਤੁਸੀਂ ਸੁਣ ਕੇ ਤੁਰ ਜਾਵੋ, ਵਾਹ ਵਾਹ ਕਰਕੇ ਤੁਰ ਜਾਵੋ, ਐਸਾ ਨਹੀਂ।
ਜਦੋਂ ਬਜ਼ੁਰਗਾਂ ਨੂੰ ਜਾਂ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਨਾ, ਤੇ ਇਹਦਾ ਅਰਥ ਇਹ ਹੁੰਦਾ ਵੀ ਅਸੀਂ ਐਸੇ ਸਮਿਆਂ ਤੇ ਯਾਦ ਕਰਦੇ ਹਾਂ, ਕੁਝ ਨਾ ਕੁਝ ਉਹਨਾਂ ਦੇ ਜੀਵਨ ਦੇ ਅੰਸ਼ ਆਪਣੇ ਜੀਵਨ ਵਿੱਚ ਲੈ ਕੇ ਆਉਣੇ। ਕਿੱਡਾ ਵੱਡਾ ਸੱਚ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਵੱਡੇ ਵੱਡੇ ਸਾਕੇ ਕਰਕੇ ਵਿਖਾਏ ਨੇ, ਵੱਡਾ ਤਗੜਾ ਸੱਚ ਉਹਨਾਂ ਦੁਨੀਆ ਦੇ ਸਾਹਮਣੇ ਬਿਆਨ ਕੀਤਾ ਹੈ। ਤੋ ਆਓ ਉਹਨਾਂ ਨੂੰ ਯਾਦ ਕਰਦੇ ਹਾਂ। ਇਤਿਹਾਸਕ ਵਿਚਾਰਾਂ, ਗੁਰਮਤ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੇ ਹੀ ਜਿਤਨੇ ਵੀ ਮਾਈ ਭਾਈਜਾਨ ਗੁਰੂ ਚਰਨਾਂ 'ਚ ਜੋੜ ਕੇ ਬੈਠੇ ਹੋ, ਦਿਓ ਅਸੀਸ ਗੁਰੂ ਫਤਿਹ ਨਾਲ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਮਾਤਾ ਗੁਜਰ ਕੌਰ ਜੀ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਔਰ ਬੇਅੰਤ ਚਮਕੌਰ ਦੇ ਸ਼ਹੀਦ, ਆਨੰਦਪੁਰ ਸਾਹਿਬ ਦੇ ਸ਼ਹੀਦ, ਸਰਸਾ ਦੇ ਸ਼ਹੀਦ, ਇਉਂ ਕਹਿ ਲਈਏ ਵੀ ਸਾਂਝੇ ਰੂਪ ਵਿੱਚ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਆਪਾਂ ਬੈਠੇ ਹਾਂ। ਸਭ ਤੋਂ ਪਹਿਲਾਂ ਮੈਂ ਆਰੰਭਤਾ ਕਰਾਂਗਾ ਇੱਥੋਂ ਵੀ ਸ਼ਹੀਦੀ ਦਾ ਸੰਕਲਪ ਕੀ ਹੁੰਦਾ ਹੈ। ਅਸਲ ਵਿੱਚ ਸ਼ਹੀਦ ਕਿਹਨੂੰ ਆਖਿਆ ਜਾਂਦਾ ਹੈ? ਬਹੁਤ ਸਾਰੇ ਬੱਚਿਆਂ ਨੇ ਕਵਿਤਾਵਾਂ ਵੀ ਗਾਈਆਂ ਨੇ, ਆਪਾਂ ਸੁਣਿਆ ਵੀ ਕੁਰਬਾਨੀ ਦੀਆਂ ਗੱਲਾਂ ਕਰ ਰਹੇ ਸੀ, ਉਹਨਾਂ ਦੀ ਬਹਾਦਰੀ ਦੀਆਂ ਗੱਲਾਂ ਕਰ ਰਹੇ ਸੀ, ਉਹਨਾਂ ਦੀ ਬਹਾਦਰੀ ਦੇ ਕਿੱਸੇ ਗਾਏ ਜਾ ਰਹੇ ਸੀ। ਕਰਬਲਾ ਦੇ ਮੈਦਾਨ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰਿਆਂ ਨੇ ਆਪਣਾ ਤਨ ਕੁਰਬਾਨ ਕੀਤਾ ਤੇ ਉਹਨਾਂ ਨੂੰ ਇਸਲਾਮ ਦੇ ਵਿੱਚ ਬੜਾ ਸ਼ਰਧਾ ਦੇ ਨਾਲ, ਬੜੇ ਪਿਆਰ ਨਾਲ ਯਾਦ ਕੀਤਾ ਜਾਂਦਾ ਹੈ। ਕਰਬਲਾ ਦੇ ਮੈਦਾਨ ਵਿੱਚ ਉਹਨਾਂ ਨੇ ਦਮ ਤੋੜਿਆ ਸੀ, ਛੋਟੀ ਉਮਰ ਦੇ ਵਿੱਚ ਦਮ ਤੋੜਿਆ ਸੀ। ਪਰ ਦੁਨੀਆ ਦੇ ਇਤਿਹਾਸ ਨੂੰ ਪੜ੍ਹ ਕੇ ਵੇਖੋ, ਭਾਵੇਂ ਕਿ ਵੱਖ-ਵੱਖ ਮਤਾਂ ਦਾ, ਵੱਖ-ਵੱਖ ਕੌਮਾਂ ਦਾ ਇਤਿਹਾਸ ਆਪਣਾ ਹੋਵੇਗਾ, ਬੜਾ ਸਰਮਾਏਦਾਰ ਇਤਿਹਾਸ ਹੋਵੇਗਾ, ਬੜਾ ਵਜ਼ਨਦਾਰ ਇਤਿਹਾਸ ਹੋਵੇਗਾ। ਪਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਇਤਿਹਾਸ ਪੜ੍ਹਿਆ ਜਾਂਦਾ ਹੈ ਨਾ, ਸੂਰਬੀਰਾਂ ਦਾ, ਯੋਧਿਆਂ ਦਾ ਇਤਿਹਾਸ ਪੜ੍ਹਿਆ ਜਾਂਦਾ, ਇੱਥੇ 3 ਸਾਲ ਦਾ ਬੱਚਾ ਵੀ ਸ਼ਹੀਦੀ ਦਿੰਦਾ ਹੈ ਤੇ 93 ਸਾਲ ਦਾ ਬਜ਼ੁਰਗ ਵੀ ਬੰਦ ਕਟਵਾਉਂਦਾ ਦਿਸਦਾ ਹੈ। ਇੱਥੇ 125 ਸਾਲ ਦੀ ਉਮਰ ਦੇ ਬਜ਼ੁਰਗ ਵੀ ਗੁਰਮਤ ਤੇ ਪਹਿਰਾ ਦਿੰਦੇ ਨਜ਼ਰ ਆਉਂਦੇ ਨੇ। ਧਿਆਨ ਨਾਲ ਸਮਝਿਓ ਸਾਧ ਸੰਗਤ, ਤੇ 3 ਸਾਲ ਦਾ ਬੱਚਾ ਤੇ 7 ਸਾਲ ਦਾ ਬੱਚਾ ਵੀ ਦੀਵਾਰਾਂ ਵਿੱਚ ਖੜ ਕੇ ਗੁਰਮਤ ਨਿਭਾਉਂਦਾ ਨਜ਼ਰ ਆਉਂਦਾ ਹੈ। ਇੱਥੇ ਇਹ ਨਹੀਂ ਹੈ ਵੀ ਬਜ਼ੁਰਗਾਂ ਨੇ ਇਤਿਹਾਸ ਰਚਿਆ, ਇੱਥੇ ਬੱਚਿਆਂ ਨੇ, ਇੱਥੇ ਬੀਬੀਆਂ ਨੇ, ਨੌਜਵਾਨ ਭੈਣਾਂ ਨੇ, ਸਤਿਕਾਰਯੋਗ ਮਾਤਾਵਾਂ ਨੇ ਰੱਜ ਕੇ ਇਸ ਇਤਿਹਾਸ ਨੂੰ ਵਧਣ ਫੁੱਲਣ ਦੇ ਵਿੱਚ ਆਪਣਾ ਯੋਗਦਾਨ ਪਾਇਆ। ਉਹਨਾਂ ਨੇ ਰੱਜ ਕੇ ਸ਼ਹੀਦੀਆਂ ਦਿੱਤੀਆਂ ਤੇ ਸਹਿਯੋਗ ਕੀਤਾ। ਮੈਂ ਜਿਹੜੀ ਅਰਜ਼ ਕਰਨ ਲੱਗਾ ਸੀ, ਸ਼ਹੀਦੀ ਦਾ ਸੰਕਲਪ ਕੀ ਹੈ? ਸੂਰਮਾ ਜਾਂ ਸ਼ਹੀਦ ਕਿਹਨੂੰ ਆਖਿਆ ਜਾਂਦਾ ਹੈ? ਸ਼ਹੀਦ ਸ਼ਬਦ ਜਿਹੜਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਅਗਵਾਈ ਕਰਨ ਵਾਲਾ, ਆਗੂ। ਕੁਰਾਨ ਦੇ ਵਿੱਚ ਜਾਂ ਹਦੀਸਾਂ ਦੇ ਵਿੱਚ ਵੀ ਇਹਦਾ ਜ਼ਿਕਰ ਆਇਆ, ਔਰ ਇਹਦਾ ਅਰਥ ਜਿਹੜਾ ਹੈ ਵੀ ਅਗਵਾਈ ਕਰਦਿਆਂ ਜਿਹੜਾ ਆਪਣੀ ਜਾਨ ਕੁਰਬਾਨ ਕਰ ਦੇਵੇ ਉਹਨੂੰ ਸ਼ਹੀਦ ਆਖਿਆ ਜਾਂਦਾ। ਭਾਵੇਂ ਕਿ ਅੱਜ ਦੇ ਸਮੇਂ ਵਿੱਚ ਬੰਦੇ ਦੀ ਮੌਤ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗਦਾ, ਉਹਨੂੰ ਮਾਰਨ ਵਾਲਾ ਕੌਣ ਸੀ, ਉਹਦੇ ਮਰਨ ਪਿੱਛੇ ਕਾਰਨ ਕੀ ਸੀ, ਉਹਦੇ ਲੋਕ ਉਹਦੇ ਨਾਲ ਝਗੜਾਲੂ ਸੁਭਾਅ ਦੇ ਨਾਲ ਕਿਉਂ ਪੇਸ਼ ਆਉਂਦੇ ਸੀ, ਕੀ ਵਜ੍ਹਾ ਸੀ, ਕੀ ਕਾਰਨ ਸੀ, ਕਿਸ ਕਾਰਨਾਂ ਕਰਕੇ ਉਹਦੀ ਮੌਤ ਹੋਈ। ਪਰ ਦਿਨ ਚੜ੍ਹਦੇ ਨਾਲ ਲੋਕ ਉਹਨੂੰ ਸ਼ਹੀਦ ਐਲਾਨ ਦਿੰਦੇ ਨੇ। ਪਰ ਸ਼ਹੀਦ ਦਾ ਰੁਤਬਾ ਬੜਾ ਵੱਡਾ ਹੈ। ਸ਼ਹੀਦ ਉਹਨੂੰ ਆਖਿਆ ਜਾਂਦਾ ਜਿਹੜਾ ਆਪਣੀ ਕੌਮ ਦੀ ਅਗਵਾਈ ਜਾਂ ਕਿਸੇ ਮਕਸਦ ਨੂੰ, ਕਿਸੇ ਨਿਸ਼ਾਨੇ ਨੂੰ ਲੈ ਕੇ, ਕਿਸੇ ਟੀਚੇ ਨੂੰ ਲੈ ਕੇ ਆਪਣਾ ਆਪਾ ਵੀ ਕੁਰਬਾਨ ਕਰ ਦੇਵੇ, ਉਹਨੂੰ ਸ਼ਹੀਦ ਆਖਿਆ ਜਾਂਦਾ ਹੈ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਪੜ੍ਹਦਿਆਂ ਇੱਕ ਗੱਲ ਸਾਹਮਣੇ ਆਈ। ਧਿਆਨ ਨਾਲ ਸਮਝਿਓ ਸਾਧ ਸੰਗਤ, ਪਿਆਰੇ ਬੱਚਿਓ, ਭੈਣਾਂ, ਮਾਤਾਵਾਂ ਨੂੰ ਬੇਨਤੀ ਸਾਰਿਆਂ ਨੂੰ, ਇਹ ਇਕੱਲੀ ਸਾਹਿਬਜ਼ਾਦਿਆਂ ਦੀ ਗੱਲ ਨਹੀਂ ਹੋਣੀ, ਮਾਂ ਗੁਜਰ ਕੌਰ ਦੀ ਵੀ ਗੱਲ ਨਾਲ ਨਾਲ ਚੱਲੇਗੀ। ਜਿਸ ਦਿਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਵੱਲ ਨੂੰ ਰਵਾਨਾ ਕੀਤਾ ਸੀ ਨਾ, ਤੇ ਬੜੀ ਦੂਰ ਅੰਦੇਸ਼ੀ ਨਾਲ, ਬੜੀ ਲੰਬੇਰੀ ਸੋਚ ਦੇ ਨਾਲ ਸਤਿਗੁਰੂ ਮਹਾਰਾਜ ਨੇ ਭਾਰਤ ਦੇ ਲੋਕਾਂ ਦੇ ਗਲੋਂ ਗੁਲਾਮੀ ਦਾ ਜੂੜਾ ਲਾਉਣ ਵਾਸਤੇ, ਜਦੋਂ ਕੌਮਾਂ ਨੂੰ ਗੁਲਾਮ ਕੀਤਾ ਜਾਂਦਾ ਨਾ, ਧਿਆਨ ਨਾਲ ਸਮਝਣਾ,
ਜਾਂ ਤਾਂ ਉਹਨਾਂ ਦੀ ਸੰਸਕ੍ਰਿਤੀ ਖਤਮ ਕੀਤੀ ਜਾਂਦੀ, ਇਤਿਹਾਸ ਖਤਮ ਕੀਤਾ ਜਾਂਦਾ ਹੈ। ਉਹਨਾਂ ਕੌਮ ਦੇ ਨੌਜਵਾਨਾਂ ਨੂੰ, ਧੀਆਂ ਨੂੰ, ਬੱਚੀਆਂ ਨੂੰ ਪਤਤ ਪੁਣੇ ਵੱਲ, ਨਸ਼ਿਆਂ ਵੱਲ ਧਕੇਲ ਦਿੱਤਾ ਜਾਂਦਾ ਹੈ। ਉਹ ਲੋਕ ਜਿਹੜੇ ਰੈੱਡ ਇੰਡੀਅਨ ਅਮਰੀਕਾ ਵਰਗੀ ਧਰਤੀ ਤੇ ਕੈਨੇਡਾ ਵਰਗੀ ਧਰਤੀ ਦੇ ਮਾਲਕ ਸਨ, ਉਹਨਾਂ ਨੂੰ ਨਸ਼ੇ ਦੇ ਦੇ ਕੇ ਗੁਲਾਮ ਬਣਾ ਕੇ ਅੱਜ ਉਹ ਆਪਣੇ ਉਹਨਾਂ ਹਾਕਮਾਂ ਦੇ ਅੱਗੇ ਸਿਰਾਂ ਦੇ ਉੱਪਰ ਮੋਰ ਦੇ ਪੰਖ ਬੰਨ੍ਹ ਕੇ ਨੱਚ ਕੇ ਉਹਨਾਂ ਹਾਕਮਾਂ ਦੇ ਅੱਗੇ ਆਪਣੇ ਹੱਕ ਲੈਣ ਲਈ ਨਹੀਂ, ਉਹਨਾਂ ਦੇ ਕੋਲੋਂ ਆਪਣੇ ਪੇਟ ਦੀ ਪੂਰਤੀ ਕਰਨ ਲਈ ਉੱਥੇ ਨਾਚ ਵਿਖਾਵੇ ਕਰਦੇ ਨੇ। ਕੌਣ ਲੋਕ ਨੇ ਇਹ? ਉਹ ਲੋਕ ਨੇ ਜਿਹੜੇ ਹਮੇਸ਼ਾ ਆਪਣੇ ਇਤਿਹਾਸ ਨੂੰ, ਆਪਣੇ ਹੱਕਾਂ ਨੂੰ, ਆਪਣੇ ਗਲ ਵਿੱਚ ਪਏ ਹੋਏ ਗੁਲਾਮੀ ਦੇ ਜੂੜੇ ਨੂੰ ਤੱਕਦੇ ਨਹੀਂ। ਇਹ ਉਹ ਲੋਕ ਨੇ ਹਾਕਮਾਂ ਦੇ ਅੱਗੇ ਹੱਥ ਰੱਖ ਕੇ ਮੰਗ ਕੇ ਤਾਂ ਖਾ ਲੈਣਗੇ, ਪਰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਨਹੀਂ ਹੋਣਗੇ। ਆਪਣੇ ਗਲ ਵਿੱਚ ਪਈ ਗੁਲਾਮੀ ਨੂੰ ਕਦੀ ਨਹੀਂ ਵੇਖਣਗੇ ਵੀ ਅਸੀਂ ਗੁਲਾਮ ਹੋ ਚੁੱਕੇ ਹਾਂ। ਐਸਾ ਕੁਝ ਸਾਡੀ ਕੌਮ ਵਿੱਚ ਵੀ ਵਾਪਰਦਾ ਨਾ। ਕਹਿੰਦੇ ਨੇ ਵੀ ਇੱਕ ਵਾਰ ਨਾ ਕਿਸੇ ਸ਼ਿਕਾਰੀ ਨੇ, ਧਿਆਨ ਨਾਲ ਸਮਝਿਓ ਸਾਧ ਸੰਗਤ, ਸ਼ਿਕਾਰੀ ਨੇ ਨਾ ਜਾਲ ਲਾਇਆ ਤੇ ਤੋਤੇ ਰੱਖਣ ਵਾਲੇ ਨੇ ਉਹਨੂੰ ਬੜੇ ਪਿਆਰ ਨਾਲ ਸਮਝਾਇਆ ਸੀ ਵੀ ਤੋਤਿਆ, ਸ਼ਿਕਾਰੀ ਆਵੇਗਾ, ਚੋਗਾ ਪਾਵੇਗਾ, ਜਾਲ ਵਿਛਾਏਗਾ ਤੇ ਆਪਾਂ ਨੇ ਨਹੀਂ ਫਸਣਾ। ਤੋਤੇ ਨੇ ਰਟਨ ਕਰ ਲਿਆ। ਤੋਤੇ ਦੇ ਮਾਲਕ ਨੇ ਸਿਖਾ ਦਿੱਤਾ ਵੀ ਸ਼ਿਕਾਰੀ ਆਉਂਦਾ, ਚੋਗਾ ਵੀ ਪਾ ਦਿੰਦਾ ਹੈ, ਜਾਲ ਵੀ ਵਿਛਾ ਦਿੰਦਾ ਹੈ ਤੇ ਤੂੰ ਫਸਣਾ ਨਹੀਂ। ਤੋਤੇ ਨੇ ਜ਼ੁਬਾਨੀ ਉਹਨੂੰ ਰੱਟ ਲਿਆ ਉਸ ਗੱਲ ਨੂੰ। ਸਮਝਣ ਵਾਸਤੇ ਗੱਲ। ਤੋਤਾ ਜਦੋਂ ਡਾਰ ਵਿੱਚ ਜਾ ਕੇ ਰਲਿਆ ਨਾ, ਉਹਨੇ ਸਾਰੇ ਤੋਤਿਆਂ ਨੂੰ ਇਹ ਮੰਤਰ ਪੜ੍ਹਾ ਦਿੱਤਾ ਵੀ ਸ਼ਿਕਾਰੀ ਆਵੇਗਾ, ਚੋਗਾ ਪਾਵੇਗਾ, ਜਾਲ ਵਿਛਾਵੇਗਾ, ਆਪਾਂ ਨੇ ਨਹੀਂ ਫਸਣਾ। ਇੱਕ ਦਿਨ ਕੀ ਹੋਇਆ ਵੀ ਸੱਚਮੁੱਚ ਸ਼ਿਕਾਰੀ ਆ ਗਿਆ। ਉਹਨੇ ਜਾਲ ਵਿਛਾਇਆ ਤੇ ਉੱਥੇ ਉਹਨੇ ਨਾਲ ਚੋਗਾ ਵੀ ਪਾ ਦਿੱਤਾ। ਤੋਤੇ ਉਸ ਜਾਲ ਵਿੱਚ ਫਸੇ ਹੋਏ ਚੋਗਾ ਵੀ ਚੁਗੀ ਜਾਂਦੇ ਨੇ ਤੇ ਮੰਤਰ ਵੀ ਰਟਨ ਕਰੀ ਜਾਂਦੇ ਨੇ। ਔਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਜਾਲ ਹੈ। ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਜਿਹੜੀ ਗੱਲ ਸਾਡੇ ਮਾਲਕ ਨੇ ਪੜ੍ਹਾਈ ਸੀ ਨਾ, ਉਹ ਅਸੀਂ ਨਹੀਂ ਕਰਨੀ, ਪਰ ਉਹ ਭੁਲੇਖੇ 'ਚ ਹੀ ਨਾਲ ਹੀ ਚੋਗਾ ਵੀ ਚੁਗੀ ਜਾ ਰਹੇ ਨੇ, ਜਾਲ ਵਿੱਚ ਵੀ ਫਸ ਗਏ, ਪਰ ਮੰਤਰ ਵੀ ਉਹ ਰਟਨ ਕਰੀ ਜਾ ਰਹੇ ਨੇ। ਸ਼ਿਕਾਰੀ ਆਵੇਗਾ, ਚੋਗਾ ਪਾਵੇਗਾ, ਜਾਲ ਵਿਛਾਵੇਗਾ, ਆਪਾਂ ਨੇ ਨਹੀਂ ਫਸਣਾ। ਇਦਾਂ ਦੀ ਹਾਲਤ ਅੱਜ ਸਾਡੀ ਕੌਮ ਦੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ। ਇਦਾਂ ਦੀ ਹਾਲਤ ਅੱਜ ਸਾਡੀ ਨਜ਼ਰ ਆ ਰਹੀ ਹੈ। ਧਿਆਨ ਨਾਲ ਸਮਝਿਓ। ਸਤਨਾਮ ਵਾਹਿਗੁਰੂ ਦਾ ਜਾਪ ਵੀ ਅਸੀਂ ਕਰੀ ਜਾਂਦੇ ਹਾਂ, ਕਰਮਕਾਂਡ ਵੀ ਸਾਡੇ ਉਹੀ ਨੇ, ਸ਼ਹੀਦਾਂ ਨੂੰ ਵੀ ਯਾਦ ਕਰੀ ਜਾਂਦੇ ਹਾਂ, ਪਰ ਕ੍ਰਿਸਮਸ ਡੇ ਤੇ ਵੀ ਵਧਾਈਆਂ ਵੰਡੀ ਜਾਂਦੇ ਹਾਂ। ਗੌਰ ਨਾਲ ਸਮਝਿਓ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਮਸਕਾਰਾਂ ਕਰੀ ਜਾਂਦੇ ਹਾਂ ਤੇ ਮੜੀਆਂ ਮਸਾਣੀਆਂ ਤੇ ਬੁੱਤਾਂ ਨੂੰ ਵੀ ਪੂਜਣ ਲਈ ਤਿਆਰ ਰਹਿੰਦੇ ਹਾਂ। ਕਿੱਥੇ ਜਾਵਾਂਗੇ ਆਪਾਂ? ਕਦੋਂ ਛੁਟਕਾਰਾ ਹੋਵੇਗਾ? ਸਾਹਿਬਜ਼ਾਦਿਆਂ ਨੂੰ, ਛੋਟੀ ਉਮਰ ਦੇ ਸ਼ਹੀਦਾਂ ਨੂੰ ਯਾਦ ਵੀ ਕਰਦੇ ਹਾਂ, ਪਰ ਕਿਧਰੇ ਉਹਨਾਂ ਦੇ ਪਰ ਉਪਕਾਰ ਜਿਹੜੇ ਉਹਨਾਂ ਨੇ ਸਾਡੇ ਤੇ ਕੀਤੇ ਨੇ, ਉਹਨਾਂ ਦੇ ਪਾਏ ਪੂਰਨਿਆਂ ਤੇ ਅਸੀਂ ਚੱਲਣ ਦਾ ਵੀ ਯਤਨ ਕਰੀਏ। ਇਹ ਤਾਂ ਬੜੀ ਵਾਰੀ ਸੁਣਿਆ ਹੋਵੇਗਾ, ਮੈਂ ਲੰਬੇਰਾ ਇਤਿਹਾਸ ਨਹੀਂ ਸੁਣਾਵਾਂਗਾ, ਸਿਰਫ ਸੰਖੇਪ ਸਾਖੀਆਂ ਨੂੰ ਛਾਣਬੀਣ ਕਰਕੇ ਤੇ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਾਂਗਾ। ਕਿਉਂਕਿ ਬਹੁਤ ਵਾਰੀ ਤੁਸੀਂ ਇਤਿਹਾਸ ਤਾਂ ਬੱਚਿਆਂ ਨੇ ਚਾਰ ਸਾਹਿਬਜ਼ਾਦੇ ਮੂਵੀ ਦੇ ਵਿੱਚੋਂ ਹੀ ਤੱਕ ਲਿਆ ਸਾਰਾ, ਤੇ ਉਹ ਜਿਹੜਾ ਇਤਿਹਾਸ ਅਸੀਂ ਸੁਣਿਆ ਕਿ ਸਾਡੇ ਜੀਵਨ ਤੇ ਉਹਦਾ ਕੀ ਅਸਰ ਹੋਇਆ। ਜਦੋਂ ਨਵੀਂ ਚਾਰ ਸਾਹਿਬਜ਼ਾਦੇ ਮੂਵੀ ਆਈ ਤਾਂ ਸਾਰੇ ਵੇਖਣ ਵਾਲਿਆਂ ਨੇ ਬੜਾ ਇਮੋਸ਼ਨਲ ਹੋਏ। ਕੋਈ ਥੀਏਟਰ 'ਚ ਜਾ ਕੇ ਮੂਵੀ ਦੇਖ ਕੇ ਆਇਆ, ਬਾਹਰ ਨੂੰ ਰੋਂਦਾ ਭੱਜਾ ਆਵੇ। ਇਹਨਾਂ ਤਰੀਕਿਆਂ ਦੇ ਨਾਲ ਅਸੀਂ ਸਾਹਿਬਜ਼ਾਦਿਆਂ ਨੂੰ ਕੋਈ ਸ਼ਰਧਾਂਜਲੀ ਥੋੜੀ ਦੇ ਰਹੇ ਹਾਂ। ਇਹ ਤਾਂ ਅਸੀਂ ਝਟਪੜ ਵਾਸਤੇ ਅੱਖਾਂ ਗਿੱਲੀਆਂ ਕੀਤੀਆਂ। ਸਾਨੂੰ ਅੱਖਾਂ ਗਿੱਲੀਆਂ ਕਰਨ ਵਾਸਤੇ ਥੋੜੀ ਆਖਿਆ ਸੀ ਵੀ ਚਾਰ ਸਾਹਿਬਜ਼ਾਦੇ ਮੈਂ ਵਾਰਨੇ ਆ ਤੇ ਤੁਸੀਂ ਅੱਖਾਂ ਗਿੱਲੀਆਂ ਕਰਿਓ। ਸਾਨੂੰ ਤਾਂ ਆਖਿਆ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਸਾਨੂੰ ਤਾਂ ਇਹ ਆਖਿਆ ਵੀ ਜਿਸ ਦਿਨ ਸਿੱਖਾ ਤੇਰੇ ਘਰ ਵਿੱਚੋਂ ਤੇਰੇ ਬੱਚੇ ਦੀ ਬਰਾਤ ਚੜ੍ਹੇਗੀ ਨਾ, ਉਸ ਦਿਨ ਮੈਂ ਛਾਤੀ ਠੋਕ ਕੇ ਆਖਾਂਗਾ ਮੇਰੇ ਅਜੀਤ ਸਿੰਘ ਦੀ ਬਰਾਤ ਚੜ੍ਹ ਰਹੀ ਹੈ। ਜਿਸ ਦਿਨ ਮੇਰੇ ਘਰ ਵਿੱਚ ਸਿਰ ਤੇ ਸੱਜੀ ਦਸਤਾਰ ਤੇ 7 ਸਾਲ ਦਾ ਤੇ 9 ਸਾਲ ਦਾ ਬੱਚਾ ਖੇਡਦਾ ਫਿਰੇਗਾ ਨਾ, ਮੈਂ ਮਾਣ ਨਾਲ ਆਖਾਂਗਾ ਵੀ ਇਹ ਮੇਰੀ ਹੀ ਔਲਾਦ ਹੈ, ਇਹ ਮੇਰੇ ਵਾਰਸ ਹੈ, ਜਿਨ੍ਹਾਂ ਦੇ ਘਰ ਵਿੱਚ ਮੇਰਾ ਫਤਿਹ ਸਿੰਘ ਤੇ ਜੋਰਾਵਰ ਸਿੰਘ ਖੇਡ ਰਿਹਾ ਹੈ। ਕਵੀ ਨੇ ਬੜੇ ਪਿਆਰੇ ਬੋਲ ਲਿਖੇ ਨੇ, ਉਹਨੇ ਦਰਦ ਭਰੇ ਬੋਲ ਲਿਖੇ ਨੇ, ਸਿੱਖ ਦੇ ਸਮੇਂ ਦੇ ਹਾਲਾਤਾਂ ਦੇ ਬੋਲ ਲਿਖੇ ਨੇ। ਤੇ ਕਵੀ ਲਿਖਦਾ ਵੀ ਕੀ ਗੱਲ ਹੋ ਗਈ ਸਿੱਖਾ ਅੱਜ ਤੂੰ ਕੱਲਾ ਤੁਰਿਆ ਆਉਣਾ ਹੈ। ਕੀ ਗੱਲ ਹੋ ਗਈ ਸਿੱਖਾ ਅੱਜ ਤੂੰ, ਬੋਲੋ ਖਾਸਾ ਸੰਗਤ ਨਾਲ ਸਾਰੀ, ਕੱਲਾ ਤੁਰਿਆ ਆਉਣਾ ਹੈ। ਨਾਲ ਕਿਉਂ ਨਹੀਂ ਲੈ ਕੇ ਆਇਆ ਜਾਂ ਫਿਰ ਆਉਂਦਾ
ਪਿੱਛੇ ਆ। ਨਾਲ ਕਿਉਂ ਨਹੀਂ ਲੈ ਕੇ ਆਇਆ, ਜਾਂ ਫਿਰ ਆਉਂਦਾ ਪਿੱਛੇ ਆ। ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ, ਬੋਲੋ ਜੀ ਕਿੱਥੇ ਆ? ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਆ? ਜਿਸ ਦਿਨ ਮੈਂ 4 ਪੁੱਤਰ ਵਾਰੇ ਸੀ ਨਾ, ਉਸ ਦਿਨ ਮੈਂ ਇਹ ਫਖਰ ਨਾਲ ਆਖਿਆ ਸੀ ਵੀ ਤੇਰੇ ਘਰ ਵਿੱਚ ਜਦੋਂ ਸਾਬਤ ਸੂਰਤ ਬੱਚਿਆਂ ਨੂੰ ਮੈਂ ਤੱਕਾਂਗਾ ਨਾ, ਗੁਰਮਤਿ ਮਰਿਆਦਾ ਜੀਵਨ ਵਾਲਿਆਂ ਨੂੰ ਤੱਕਾਂਗਾ, ਤੇ ਮੈਂ ਮਾਣ ਨਾ ਕਹਾਂਗਾ ਵੀ ਮੇਰਾ ਅਜੀਤ ਸਿੰਘ ਅਮਰ ਹੈ, ਮੇਰਾ ਫਤਿਹ ਸਿੰਘ ਜਿਉਂਦਾ ਹੈ। ਮੇਰਾ ਫਤਿਹ ਸਿੰਘ ਇੱਕ ਨਹੀਂ ਹੈ, ਹਜ਼ਾਰਾਂ ਦੀ ਤਾਦਾਦ ਵਿੱਚ ਮੇਰੇ ਫਤਿਹ ਸਿੰਘ ਵਰਗੇ ਯੋਧੇ ਪੈਦਾ ਹੋ ਗਏ, ਹਜ਼ਾਰਾਂ ਦੀ ਤਾਦਾਦ ਵਿੱਚ ਮੇਰੇ ਜ਼ੋਰਾਵਰ ਸਿੰਘ ਪੈਦਾ ਹੋ ਗਏ ਨੇ। ਮੈਂ ਮਾਣ ਨਾ ਕਹਾਂਗਾ। ਗੁਰੂ ਕੇ ਪਿਆਰਿਓ, ਮੈਂ ਅਰਜ਼ ਕਰਨ ਲੱਗਾ ਸੀ, ਸ਼ਹੀਦ ਕੌਮ ਦੇ ਵਾਸਤੇ ਸ਼ਹੀਦੀਆਂ ਦੇ ਜਾਂਦੇ ਨੇ, ਪਰ ਜਿਹੜੀ ਕੌਮ ਸ਼ਹੀਦਾਂ ਦੇ ਇਤਿਹਾਸ ਨੂੰ ਭੁੱਲ ਜਾਵੇ ਨਾ, ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਜਾਂਦੀ, ਮਿਟ ਜਾਂਦੀ। ਆਸਟ੍ਰੇਲੀਆ ਦੇ ਮੂਲ ਨਿਵਾਸੀ ਜਿਹੜੇ, ਉਹ ਵੀ ਧੱਕੇ ਖਾਂਦੇ ਫਿਰਦੇ ਨੇ। ਆਇਰਲੈਂਡ ਦੇ ਜਿਹੜੇ ਨਿਵਾਸੀ ਨੇ, ਸ਼ਰਾਬ ਦੇ ਨਸ਼ੇ ਤੇ ਲਾ ਕੇ ਧੱਕ ਦਿੱਤੇ ਉਹਨਾਂ ਪਾਸੇ। ਅਤੇ ਆਇਰਲੈਂਡ ਨੂੰ ਅਜੇ ਵੀ ਨਸ਼ੇੜੀ ਆਖਦੇ ਨੇ, ਉੱਥੋਂ ਦੇ ਲੋਕ ਵੱਧ ਨਸ਼ਾ ਕਰਨ ਵਾਲੇ ਨੇ। ਪਰ ਮੇਰੀ ਕੌਮ ਦੇ ਵਿੱਚ ਨਸ਼ਾ ਨਹੀਂ, ਖੰਡੇ ਬਾਟੇ ਦੀ ਪੌਲ ਗੁਰੂ ਸਾਹਿਬ ਨੇ ਤਿਆਰ ਕਰਕੇ ਦਿੱਤੀ ਸੀ। ਪਰ ਹੋਇਆ ਕੀ ਹੈ? ਅੰਮ੍ਰਿਤ ਕੌਰਾ, ਬੋਲੋ ਸਾਧ ਸੰਗਤ, ਅੰਮ੍ਰਿਤ ਕੌਰਾ ਵਿਖਿਆ ਮਿੱਠੀ। ਬੰਦਾ 2 ਹੱਥਾਂ ਤੇ ਹੱਥ ਤੇ ਜ਼ਹਿਰ ਰੱਖਿਆ ਹੋਵੇ, ਇੱਕ ਤੇ ਮਿੱਠਾ ਰੱਖਿਆ ਹੋਵੇ, ਕੀ ਖਾਵੇਗਾ? ਮਿੱਠਾ ਖਾਵੇਗਾ ਨਾ। ਵੀ ਖੰਡੇ ਬਾਟੇ ਦੀ ਪੌਲ ਛੱਕ ਕੇ ਬਾਣੀ ਪੜ੍ਹ ਕੇ ਤਾਂ ਜੀਵਨ ਮਿਲਦਾ ਸੀ, ਪਰ ਬੰਦੇ ਨੇ ਕੀ ਕੀਤਾ? ਦੁਨਿਆਵੀ ਗੱਲਾਂ ਤੇ ਵੱਧ ਅਸਰ ਕੀਤਾ ਤੇ ਨਸ਼ਿਆਂ ਦੇ ਵੱਲ ਨੂੰ ਤੁਰ ਪਿਆ। ਜਿਸ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਇਹ ਥਿਊਰੀ ਦਿੱਤੀ ਸੀ ਨਾ, ਇਹ ਬਾਣੀ ਦੇ ਬਚਨ ਦਿੱਤੇ ਸੀ, ਇਹ ਜੋ ਬੇਗਮਪੁਰੇ ਦਾ ਨਕਸ਼ਾ ਚਿੱਤਰ ਕੇ ਦਿੱਤਾ ਸੀ ਨਾ ਸਾਨੂੰ, ਸਾਰਾ ਗੁਰਬਾਣੀ ਦੇ ਅੰਦਰ ਵੀ ਸਿੱਖ ਦਾ ਜੀਵਨ ਇਦਾਂ ਦਾ, ਸਿੱਖ ਨੇ ਇਦਾਂ ਦਾ ਬਣਨਾ, ਸਿੱਖ ਦਾ ਜੀਵਨ ਇਹੋ ਜਿਹਾ ਹੋਵੇ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪ੍ਰੈਕਟੀਕਲ ਕੀਤਾ, ਉਹ ਪ੍ਰੈਕਟੀਕਲ ਕਰਕੇ ਦੁਨੀਆ ਦੇ ਨਕਸ਼ੇ ਤੇ ਵਿਖਾ ਦਿੱਤਾ। ਭਾਵੇਂ ਸਰਬੰਸ ਕੁਰਬਾਨ ਕੀਤਾ ਆਪਣਾ ਗੁਰੂ ਸਾਹਿਬ ਨੇ, ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਕਿਲਿਆਂ ਦੀ ਲੜਾਈ ਨਹੀਂ ਸੀ, ਮਾਫ ਕਰਿਓ ਗੁਰੂ ਕੇ ਪਿਆਰੇ। ਬਹੁਤੀ ਵਾਰੀ ਸਾਡੇ ਵਿਚਾਰਵਾਨ ਵੀ ਕਹਿ ਦਿੰਦੇ ਵੀ ਗੁਰੂ ਸਾਹਿਬ ਕਿਲਾ ਨਹੀਂ ਸੀ ਛੱਡਦੇ, ਉਹ ਪਹਾੜੀ ਰਾਜ ਤੇ ਮੁਲਖਈਆ ਜਿੰਨਾ ਸੀ, ਮੁਗਲਿਆ ਸਲਤਨਤ ਕਹਿੰਦੀ ਸੀ ਤੁਸੀਂ ਕਿਲਾ ਛੱਡ ਦਿਓ, ਤੁਹਾਨੂੰ ਕੁਝ ਨਹੀਂ ਕਵਾਂਗੇ। ਗੁਰੂ ਸਾਹਿਬ ਕਿਲੇ ਬਾਰੇ ਥੋੜੀ ਬੈਠੇ ਸੀ। ਗੁਰੂ ਸਾਹਿਬ ਦਾ ਕਿਲਿਆਂ ਨਾਲ ਪਿਆਰ ਨਹੀਂ ਸੀ। ਗੁਰੂ ਸਾਹਿਬ ਤਾਂ ਜ਼ੁਲਮ ਦੇ ਵਿਰੋਧ ਵਿੱਚ ਖੜੇ ਸਨ। ਗੁਰੂ ਸਾਹਿਬ ਤਾਂ ਗਲੋਂ ਗੁਲਾਮੀ ਦਾ ਜੂੜਾ ਲਾਉਣਾ ਚਾਹੁੰਦੇ ਸਨ। ਤੇ ਹਮੇਸ਼ਾ ਜਿਹੜਾ ਗੁਲਾਮ ਬੰਦਾ ਹੁੰਦਾ ਹੈ ਨਾ, ਉਹਦੀ ਸੋਚ ਵਿੱਚੋਂ ਕਦੀ ਆਜ਼ਾਦੀ ਦੀ ਗੱਲ ਨਹੀਂ ਨਿਕਲ ਸਕਦੀ। ਮਾਫ ਕਰਿਓ ਗੁਰੂ ਕੇ ਪਿਆਰੇ, ਗੁਲਾਮ ਕਦੀ ਸੁਤੰਤਰਤਾ ਦਾ ਮੂੰਹ ਨਹੀਂ ਵੇਖ ਸਕਦਾ। ਗੁਲਾਮ ਕਦੀ ਲੋਕਤੰਤਰ ਦੀ ਗੱਲ ਨਹੀਂ ਕਰੇਗਾ। ਗੁਲਾਮ ਲੋਕ ਹਮੇਸ਼ਾ ਖੁਸ਼ਾਮਦੀ ਕਰਦੇ ਨੇ। ਗੁਲਾਮ ਲੋਕ ਦੂਜਿਆਂ ਦੇ ਗੁਲਾਮ ਬਣ ਕੇ ਰਹਿੰਦੇ ਨੇ। ਉਹ ਕਹਿੰਦੇ ਤੁਸੀਂ ਸਾਡੇ ਗਲ ਵਿੱਚ ਪੱਟਾ ਪਾ ਲਓ, ਸਾਨੂੰ ਜਿੱਧਰ ਨੂੰ ਕਹੋਗੇ ਅਸੀਂ ਤੁਰ ਜਾਵਾਂਗੇ। ਉਹ ਕਦੀ ਆਜ਼ਾਦੀ ਦੀ ਗੱਲ ਨਹੀਂ ਕਰਨਗੇ। ਆਜ਼ਾਦੀ ਦਾ ਨਿੱਘ ਮਾਨਣ ਵਾਲੇ ਉਹੀ ਪ੍ਰਵਾਨੇ ਹੁੰਦੇ ਨੇ ਜਿਹੜੇ ਚਰਖੀਆਂ ਤੇ ਚੜ ਜਾਂਦੇ ਤੇ ਦੇਗਾਂ ਵਿੱਚ ਉਬਲ ਜਾਂਦੇ ਤੇ ਆਰਿਆਂ ਨਾਲ ਚੀਰੇ ਜਾਂਦੇ, ਉਹ ਨਾ ਆਜ਼ਾਦੀ ਦਾ ਨਿੱਘ ਵੀ ਮਾਣ ਜਾਂਦੇ। ਸੋ ਇਸੇ ਪ੍ਰਕਰਣ ਵਿੱਚੋਂ ਮੈਂ ਜਿਹੜੀ ਗੱਲ ਕਰਨ ਲੱਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਜੇ ਇਸ ਗੱਲ ਤੇ ਆਪਾਂ ਧਿਆਨ ਦਈਏ ਨਾ, ਵੀ ਗੁਰੂ ਸਾਹਿਬ ਕਿਲਾ ਨਹੀਂ ਸੀ ਛੱਡਣਾ ਚਾਹੁੰਦੇ। ਗੁਰੂ ਸਾਹਿਬ ਕਿਲਿਆਂ ਕਰਕੇ ਨਹੀਂ ਸੀ ਲੜ ਰਹੇ। ਗੁਰੂ ਸਾਹਿਬ ਤਾਂ ਕਹਿੰਦੇ ਸੀ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਹੋ, ਜਿਨ੍ਹਾਂ ਨੂੰ ਤੁਸੀਂ ਨੀਵੇਂ ਕਹਿੰਦੇ ਹੋ ਨਾ, ਇਹ ਵੀ ਕਰਤਾ ਪੁਰਖ ਵਾਹਿਗੁਰੂ ਦਾ ਰੂਪ ਨੇ। ਉਹਦੀ ਸਲਤਨਤ ਵਿੱਚ ਪੈਦਾ ਕੀਤੇ ਹੋਏ ਨੇ। ਇਹ ਵੀ ਸਰੀਰ ਧਾਰਨ ਕਰਕੇ, ਮਨੁੱਖਾ ਜੀਵਨ ਧਾਰਨ ਕਰਕੇ ਇਸ ਦੁਨੀਆ ਵਿੱਚ ਆਏ ਨੇ, ਜਿਨ੍ਹਾਂ ਨੂੰ ਤੁਸੀਂ ਨੀਵੇਂ ਤੇ ਨੀਚ ਕਹਿ ਕੇ ਦੁਰਕਾਰ ਰਹੇ ਹੋ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਹੀ ਇਸ ਕਰਕੇ ਤਿਆਰ ਕੀਤੀ ਸੀ। ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਸਭ ਕਰਮਾਂ ਕਰਕੇ। ਕਰਮ ਕੀ ਹੁੰਦਾ? ਜਿਹੜਾ ਅਸੀਂ ਆਪਣੇ ਜੀਵਨ ਵਿੱਚ ਕਰਦੇ। ਕੁਝ ਲੋਕ ਐਸੇ ਨੇ ਜਿਹੜੇ ਬੁਰੇ ਕਰਮ ਕਰਕੇ ਨੀਵੇਂ ਬਣ ਜਾਂਦੇ ਨੇ। ਕੁਝ ਉਹ ਨੇ ਜਿਹੜੇ ਚੰਗੇ ਕਰਮ ਕਰਕੇ ਆਪਣਾ ਜੀਵਨ ਉੱਚਾ ਸੁੱਚਾ ਜੀਵ ਕੇ ਸੰਸਾਰ ਤੋਂ ਸਦਾ ਲਈ ਅਮਰ ਹੋ ਜਾਂਦੇ ਨੇ। ਉਮਰਾਂ ਕਰਕੇ ਬੰਦਾ ਸਿਆਣਾ ਨਹੀਂ ਹੁੰਦਾ, ਧਿਆਨ ਨਾਲ ਸਮਝਿਓ ਸਾਧ ਸੰਗਤ। ਕਈਆਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ। ਸਿਆਣਪ ਉਮਰ ਦੇ ਨਾਲ ਨਹੀਂ। ਸਿਆਣਪ ਕਦੇ ਉਮਰ ਦੇ ਨਾਲ ਨਹੀਂ ਆਉਂਦੀ ਵੀ ਇਹਦੀ 60 ਸਾਲ ਉਮਰ ਹੋ ਗਈ, ਇਹ ਸਿਆਣਾ ਹੋ ਗਿਆ ਹੋਵੇਗਾ। ਜੇ ਉਮਰ ਨਾਲ ਸਿਆਣਪ ਆਉਂਦੀ ਹੁੰਦੀ ਤੇ ਵਜ਼ੀਰ ਖਾਨ ਨੂੰ ਸਿਆਣਪ ਆ ਜਾਣੀ ਸੀ। ਜੇ ਉਮਰ ਨਾਲ ਸਿਆਣਪ ਆਉਂਦੀ ਹੁੰਦੀ ਨਾ, ਤੇ ਸੁੱਚਾ ਆਨੰਦ ਦੇ ਅੰਦਰ ਵੀ ਸਿਆਣਪ ਆ ਜਾਣੀ ਸੀ ਵੀ ਇਹ ਮਾਸੂਮ ਬੱਚੇ ਨੇ। ਸ਼ਰਅ ਦੇ ਮੁਤਾਬਕ ਇਹਨਾਂ ਨੂੰ ਕਤਲ ਕਰਨਾ ਜਾਂ ਇਹਨਾਂ ਨੂੰ ਮਾਰਨਾ
ये तो इजाजत ही नहीं देता। ये तो अकल आ जानी सी जो उम्र वडेरी सी ना, जिन्होंने अकल सी ना आउंदे मरना असी धर्म वास्ते ते जीवना अणख दे नाल है। मरांगे धर्म वास्ते, अणख दे नाल जीवांगे, भावें 7 साल की जिंदगी जीवी ना। ध्यान ना समझियो साध संगत, मैं बेनती करांगा भैणों नूं थोड़ी जी एकाग्रता। जिंदगी भावें 7 साल की है ना, जीवन भावें 7 साल का है, पर रहिंदी दुनिया तक उन्हां छोटियां उम्रां दे वड्डे वड्डे साकियां नूं याद किया जाएगा। गुरु कलगीधर पातशाह आनंदपुर साहब का किला छड्ड के तुरे। 2 फरजंद साहिबजादा अजीत सिंह ते साहिबजादा जुझार सिंह चमकौर दे युद्ध विच शहीद हो गए। भैणों ध्यान नाल समझियो, गुरु कलगीधर पातशाह महाराज जी का बहादुर सपूत बाबा अजीत सिंह शहीदी का जाम पी गया। अनेकों तीर छाती विच लगे, लड़दा होया वैरियां दे आऊ लाउंदा होया, जुल्म नूं खत्म करदा होया शहादत दे दिंदा। बाबा जुझार सिंह हाथ जोड़ के गुरु गोबिंद सिंह महाराज जी के सामने आके खड़ जाते हैं भी पातशाह गुरु पिता मैनू आग्ञा दिओ, मैं जंग दे विच जावां, जंग दे विच जावां, मैदान विच जाके वैरी नाल लोहा लैके जुल्म नूं खत्म करके अपने प्राण त्यागांगा। सतगुरु महाराज ने हत्ती शास्त्र देखो, परिवार विछोड़ा पै गया, 3 हिस्सियां च परिवार वंडिया गया गुरु साहब का। अज का वह दिन है 13 पोह का, जिस दिन माता गुजर कौर ते साहिबजादियां छोटे साहिबजादियां नूं शहीद किया गया। अज का वह दिन है, उन्होंने याद में असीं जुड़ के बैठे हैं सारे। गुरु साहब जी का परिवार 3 हिस्सियां में वंडिया गया। पता नहीं छोटे साहिबजादियां नाल बलाप होना कि नहीं होना। यह भी पता है कि जे किधरे मुगल हकूमत के हथ लग गए तो उन्हें बख्शना नहीं। गुरु साहब जी के साहिबजादे वड्डे ने शहीदी दी है, गुरु साहब ने छोटे नूं तैयार करके हत्थी भेजा। मैं कई बार हैरान होना भी दुनिया का इतिहास पढ़ के वेखिए ना, दुनिया के इतिहास में पुत्रां दे मोह लई वड्डे तो वड्डे राजे महाराजे अपने आप नूं पैगंबर अखवाउण वाले भी धाई मार के रो उठे। उन्हां दियां अखां चों भी पानी बह तुरिया, उन्हां दे अंदर भी वैराग दी धारा वग उठी, उन्हां तो भी गुरेज ना होया, पानी बह तुरिया अखां विचों पुत्रां दे मोह करके। पर धन गुरु कलगीधर पातशाह महाराज, जिन्हां नूं पता सी भी जिधर अजीत सिंह गया वो वापस नहीं मुड़िया, जे जुझार सिंह नूं भेजांगा तो वापस जुझार सिंह ने भी नहीं आना। पर उन्होंने पता सी भी जे अज जुझार सिंह एक अज शहीदी देवेगा तो पता नहीं होर किन्ने जुझार सिंह पैदा होंगे। हो सकता मुगल या सल्तनत का यह भुलेखा होवे भी एक जुझार सिंह नूं असीं शहीद करके सुरखरू हो जावांगे। याशा कानून के तहत जो गुरु अर्जन साहब महाराज जी को शहीद किया गया ना, तो याशा कानून के तहत जी सज़ा होंगी है, जी मुजरम को सज़ा दी जाती भी वह खून धरती से नहीं डुलन देना। उन्होंने एक भुलेखा सी भी जे अजाए मर्द का खून धरती से डुल गया तो ये वर्गे पता नहीं होर किन्ने पैदा हो जाएंगे। पर वह भुलेखा सी उन्होंने, वो भुलेखे में तुरे फिरते सन। एक नूं शहीद करके असीं सुरखरू हो जावांगे, पता नहीं होर किन्नियां शहीदां दियां मगर लाइनां लगियां। गुरु कलगीधर पातशाह महाराज जी ने जुझार सिंह नूं भी अपने हत्थीं शास्त्र सजा के तोड़ दिता जंग। शामां दा वक्त होया, सूरज अस्त हो रहा सी। सूरमा छाती ते फट खांदा होया धरती ते सफा चट हो गया, पर कौम दियां नीहां उसार गया, सिक्खी दे महल दियां नीहां पक्कियां कर गया। गुरु कलगीधर पातशाह महाराज जी के दोवें फरजंद ते बेअंत सिख जिहड़े सी शहीदियां पा गए। संखेप बेनती कर लगा। उस तो बाद सतगुरु महाराज चमकौर की गढ़ी नूं छड्ड के अगे तुरे ने। सिखां दे कहण ते खालसा पंथ के हुक्म नूं मनदिआं गुरु साहब ने चमकौर की गढ़ी नूं छड्डिया। भयानक युद्ध होया, अगले दिन लड़ के बाकी सिख शहीदियां दा जाम पी गए। सतगुरु महाराज राय कल्ले दे कोल पहुंचे ने, मालवे की धरती ते उधरों सतगुरु महाराज ने राय कल्ले नूं आख्या भी कोई भरोसेयोग व्यक्ति भेजो ताकि माता गुजर कौर ते साहिबजादियां दा पता लग सके। सरसा ते परिवार विछड़ गया सी ते जिस वक्त राय कल्ले ने अपना भरोसेयोग एक व्यक्ति जिहदा इतिहास विच नाम आउंदा है नूरा माही, नूरे माही नूं भेजिया। कुछ दिन 2 दिन ठहर के सरहंद उन्हें सारी उथों की खबर लई है।
ਇਹ ਨੂਰਾ ਮਾਈ ਸੀ ਜਿਨੇ ਉੱਥੋਂ ਦੀ ਖਬਰ ਲਈ ਹੈ, ਸਰਹੰਦ ਦੀ ਸਾਰੀ ਖਬਰ ਲਿਆ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਰਾਏ ਕੱਲੇ ਦੇ ਕੋਲ ਲਿਆ ਕੇ ਸਾਰੀ ਖਬਰ ਦਿੱਤੀ ਕੀ ਕੀ ਵਾਪਰਿਆ ਉੱਥੇ। ਜਦੋਂ ਪਰਿਵਾਰ ਵਿਛੋੜਾ ਪਿਆ ਨਾ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਿਰਧ ਮਾਂ ਮਾਤਾ ਗੁਜਰ ਕੌਰ ਤੇ ਦੋਵੇਂ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੇ ਘਰ ਪਹੁੰਚੇ। ਕੁੰਮੇ ਮਾਸ਼ਕੀ ਦੇ ਘਰੋਂ ਧੂਮਾ ਤੇ ਦਰਬਾਰੀ, ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਆਉਂਦਾ ਹੈ, ਕਥਾ ਗੁਰੂ ਜੀ ਕੇ ਸੁਤਨ ਦੋਨਾ ਸਿੰਘ ਹੰਡੂਰੀਏ ਦੀ ਲਿਖਤ ਹੈ, ਜਿਹੜਾ ਕਿ ਸਮਕਾਲੀ ਕਵੀ ਸੀ ਉਸ ਵਕਤ ਦਾ। ਦੋਨਾ ਸਿੰਘ ਹੰਡੂਰੀਏ ਨੇ ਇਸ ਗੱਲ ਦਾ ਜ਼ਿਕਰ ਕੀਤਾ ਵੀ ਕੁੰਮੇ ਮਾਸ਼ਕੀ ਦੇ ਘਰੋਂ ਉਹਨਾਂ ਨੂੰ ਧੂਮਾ ਤੇ ਦਰਬਾਰੀ, ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਹੀ ਗੰਗੂ ਕਰਕੇ ਹੋਵੇਗਾ, ਇਤਿਹਾਸ ਵਿੱਚ ਜਿਹੜਾ ਪ੍ਰਚਲਿਤ ਜ਼ਿਆਦਾ ਗੰਗੂ ਕਰਕੇ ਨਾਮ ਆ ਗਿਆ, ਗੰਗੂ ਰਸੋਈਆ, ਉਹ ਸਹੇੜੀ ਪਿੰਡ ਲੈ ਗਏ। ਸਹੇੜੀ ਪਿੰਡ ਤੋਂ ਫਿਰ ਉਹਨਾਂ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਜਾ ਕੇ ਪਹੁੰਚਾਇਆ ਗਿਆ। ਮੋਰਿੰਡੇ ਜਾਨੀ ਖਾਂ ਤੇ ਮਾਨੀ ਖਾਂ ਦੋ ਸਰਕਾਰੀ ਬੰਦੇ ਆਏ, ਚੌਧਰੀ ਬੰਦੇ ਆਏ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਫਰਜ਼ੰਦ ਤੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੂੰ ਉਹ ਸਰਹੰਦ ਲੈ ਕੇ ਆਏ। 10 ਪੋਹ ਦਾ ਦਿਨ ਹੈ, ਜਿਸ ਵਕਤ ਸਾਹਿਬਜ਼ਾਦਿਆਂ ਨੂੰ ਸਰਹੰਦ ਲਿਆਂਦਾ ਗਿਆ ਤੇ ਉਸ ਵਕਤ ਖਬਰ ਮਿਲੀ ਸੂਬਾ ਵਜੀਦ ਖਾਨ ਨੂੰ। ਬੜਾ ਹੰਕਾਰਿਆ, ਬੜਾ ਕਲਪਿਆ ਤੇ ਬੜਾ ਪਰੇਸ਼ਾਨ ਹੈ ਵੀ 10ਵਾਂ ਗੁਰੂ ਕਲਗੀਧਰ ਪਾਤਸ਼ਾਹ ਸਾਡੇ ਘੇਰੇ ਚੋਂ ਨਿਕਲ ਗਿਆ। ਏਡਾ ਵੱਡਾ ਮੁਲਖਈਆ ਹੋਣ ਦੇ ਬਾਵਜੂਦ ਵੀ ਸਾਡੇ ਹੱਥ ਨਹੀਂ ਆਇਆ। ਏਡਾ ਵੱਡਾ ਨੁਕਸਾਨ ਚੱਲਿਆ ਆਰਥਿਕ ਤੌਰ ਤੇ, ਇੰਨੇ ਜਵਾਨ ਸਾਡੇ ਖਤਮ ਹੋ ਗਏ, ਤਾਂ ਵੀ ਸਾਡੇ ਹੱਥ ਨਹੀਂ ਆਇਆ, ਸਾਡੀ ਈਨ ਨਹੀਂ ਮੰਨੀ। ਕਿੰਨਾ ਚੰਗਾ ਹੋਇਆ ਗੁਰੂ ਦੀ ਮਾਂ ਤੇ ਗੁਰੂ ਦੇ ਫਰਜ਼ੰਦ ਸਾਡੀ ਕੈਦ ਵਿੱਚ ਆ ਗਏ। ਬੜਾ ਖੁਸ਼ ਹੈ। ਤੇ ਗੁਲਾਮ ਸੋਚ ਵਾਲੇ ਜਿਹੜੇ ਹੁੰਦੇ ਨਾ, ਜਿਨ੍ਹਾਂ ਇਨਾਮ ਪ੍ਰਾਪਤ ਕਰਨੇ ਹੁੰਦੇ ਨੇ, ਉਹ ਖੁਸ਼ਾਮਦ ਕਰਨ ਤੋਂ ਕਦੇ ਗੁਰੇਜ਼ ਨਹੀਂ ਕਰਦੇ। ਧਿਆਨ ਨਾਲ ਸਮਝਿਓ ਸਾਧ ਸੰਗਤ। ਪਰ ਜਿਹੜੇ ਬਣੇ ਕੌਮੀ ਪਰਵਾਨੇ ਸ਼ਹੀਦੀਆਂ ਵਾਸਤੇ ਹੁੰਦੇ ਨੇ ਨਾ, ਉਹਨਾਂ ਨੂੰ ਗੁਲਾਮਾਂ ਦੀ ਕੋਈ ਪਰਵਾਹ ਨਹੀਂ ਹੋਇਆ ਕਰਦੀ। ਉਹ ਕਹਿੰਦੇ ਸਾਡੀ ਕੌਮ ਦਾ ਸਰਮਾਇਆ ਬਚਣਾ ਚਾਹੀਦਾ, ਅਸੀਂ ਆਪਣਾ ਆਪਾ ਵੀ ਤਿਆਗਣ ਵਾਸਤੇ ਤਿਆਰ ਹਾਂ। ਉਹ ਆਪਣਾ ਆਪਾ ਦੇਣ ਵਾਸਤੇ ਤਿਆਰ ਹੁੰਦੇ ਨੇ। ਉਹ ਇਹ ਨਹੀਂ ਕਹਿੰਦੇ ਵੀ ਮੇਰੀ ਕੌਮ ਜਿੱਧਰ ਜਾਂਦੀ ਹੈ ਜਾਵੇ, ਪਰ ਮੈਂ ਬਚਣਾ ਚਾਹੀਦਾ। ਅਬ ਸਿੱਖਾਂ ਦਾ ਬੋਲਾ ਸੀ ਨਾ 18ਵੀਂ ਸਦੀ ਦਾ, ਦੇਗਾਂ ਵਿੱਚ ਉਬਲਣ ਵਾਲਿਆਂ ਦਾ ਬੋਲਾ ਸੀ, ਖੋਪਰ ਲੈਣ ਵਾਲਿਆਂ ਦਾ ਬੋਲਾ ਸੀ। ਇਹ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਕੌਣ ਸਨ? ਕੀ ਖਾਂਦੇ ਸੀ ਇਹ ਲੋਕ, ਜਿਨ੍ਹਾਂ ਦੇ ਬਾਰੇ ਕਿਧਰੇ ਨਾਦਰ ਸ਼ਾਹ ਵੀ ਆ ਕੇ ਕਹਿੰਦਾ ਸੀ ਇਹ ਕੌਣ ਲੋਕ ਨੇ ਜਿਨ੍ਹਾਂ ਨੇ ਮੇਰੀ ਫੌਜ ਨੂੰ ਲੁੱਟਿਆ। ਤੇ ਦੱਸਣ ਵਾਲੇ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਇਹ ਗੱਲ ਬੋਲ ਕੇ ਦੱਸਦਾ ਵੀ ਇਹ ਤਾਂ ਬੜੇ ਖਤਰਨਾਕ ਵਿਅਕਤੀ ਨੇ ਜਿਨ੍ਹਾਂ ਦੀ ਗੱਲ ਤੁਸੀਂ ਕਰ ਰਹੇ ਹੋ ਬਾਦਸ਼ਾਹ ਸਲਾਮਤ। ਪਰ ਇੱਕ ਗੱਲ ਇਹਨਾਂ ਦੇ ਜੀਵਨ ਦੀ ਬੜੀ ਪੱਕੀ ਹੈ, ਇਹਨਾਂ ਦਾ ਇਸ਼ਟ ਇੱਕ ਹੈ। ਇੱਕ ਬਾਟੇ ਵਿੱਚ ਇਹ ਰਲ ਕੇ ਛਕਦੇ ਨੇ, ਸਭਨਾਂ ਨੂੰ ਭਾਈ ਭਾਈ ਸਮਝਦੇ ਨੇ, ਵੰਡ ਕੇ ਛਕਣ ਵਾਲੇ ਨੇ, ਇੱਕ ਅਕਾਲ ਪੁਰਖ ਤੇ ਓਟ ਰੱਖਣ ਵਾਲੇ ਨੇ। ਇਹ ਕਿਸੇ ਬੁੱਤ ਪ੍ਰਸਤੀ ਨਹੀਂ ਕਰਦੇ, ਕਿਧਰੇ ਭਟਕਦੇ ਨਹੀਂ ਹੈ, ਪਖੰਡ ਨਹੀਂ ਕਰਦੇ, ਨਸ਼ੇ ਨਹੀਂ ਕਰਦੇ। ਇਤਿਆਦਿਕ ਗੱਲਾਂ ਉਹਨੇ ਗਿਣ ਦਿੱਤੀਆਂ। ਜਦੋਂ ਸਾਰੀਆਂ ਗੱਲਾਂ ਦਾ ਉਹਨੇ ਜ਼ਿਕਰ ਕੀਤਾ ਨਾ, ਤੇ ਫਿਰ ਨਾਦਰ ਸ਼ਾਹ ਕਹਿੰਦਾ ਵੀ ਜ਼ਕਰੀਆ ਖਾਨ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਇਸ ਧਰਤੀ ਤੇ ਇਹਨਾਂ ਫਰਿਸ਼ਤਿਆਂ ਦਾ ਰਾਜ ਹੋਵੇਗਾ। ਇਹਨਾਂ ਨੂੰ ਰਾਜ ਕਰਨ ਤੋਂ ਕੋਈ ਰੋਕ ਨਹੀਂ ਸਕਦਾ। ਇਹ ਕੌਣ ਲੋਕ ਸਨ? ਇਹ ਉਹ ਸਨ ਜਿਨ੍ਹਾਂ ਨੂੰ ਖੰਡੇ ਦੀ ਧਾਰ ਵਿੱਚੋਂ ਸਾਜਿਆ ਸੀ, ਜਿਨ੍ਹਾਂ ਨੂੰ ਖੰਡੇ ਬਾਟੇ ਦੀ ਪੌਲ ਛਕਾ ਕੇ ਇੱਕ ਬਾਣੀ ਤੇ ਬਾਣੇ ਦੇ ਲੜ ਲਾਇਆ ਸੀ ਗੁਰੂ ਸਾਹਿਬ ਨੇ। ਤੋਂ ਖੈਰ ਮੈਂ ਜਿਹੜੀ ਗੱਲ ਕਰਨ ਲੱਗਾ ਸੀ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੂੰ ਸਰਹੰਦ ਲਿਆਂਦਾ ਗਿਆ, ਠੰਡੇ ਬੁਰਜ ਦੇ ਵਿੱਚ। ਉਹ ਢਾਹ ਦਿੱਤਾ ਗਿਆ ਬੁਰਜ, ਧਿਆਨ ਨਾਲ ਸਮਝਣਾ। ਇਹ ਉਹ ਬੁਰਜ ਸੀ ਜਿਹਦੇ ਥੱਲੇ ਖਾਈ ਸੀ, ਪਾਣੀ ਵਗਦਾ ਸੀ। ਤੇ ਜੇਠ ਹਾੜ ਭਾਵ ਮਈ ਜੂਨ ਦੇ ਮਹੀਨਿਆਂ ਦੇ ਵਿੱਚ ਜਦੋਂ ਹਵਾ ਚੱਲਦੀ ਸੀ, ਪਾਣੀ ਨੂੰ ਚੱਟ ਕੇ ਹਵਾ ਜਾਂਦੀ ਸੀ, ਠੰਡੀ ਹਵਾ ਲੱਗਦੀ ਸੀ ਇਸ ਬੁਰਜ ਦੇ ਵਿੱਚ। ਮਈ ਜੂਨ ਦੇ ਮਹੀਨਿਆਂ ਵਿੱਚ ਠੰਡੀ ਹਵਾ ਲੱਗਦੀ ਸੀ। ਤੇ ਅੰਦਾਜ਼ਾ ਲਾਓ ਦਸੰਬਰ ਜਨਵਰੀ ਦੇ ਦਿਨਾਂ ਵਿੱਚ ਕਿਹੋ ਜਿਹੇ ਹਾਲਾਤ ਹੋਣਗੇ। ਇੱਕ ਬਿਰਧ ਮਾਂ, ਦੂਜਾ ਮਾਸੂਮ ਬੱਚੇ। ਇੱਕ ਪਾਸੇ ਬਿਰਧ ਮਾਂ ਹੈ, ਦੂਜਾ ਮਾਸੂਮ ਬੱਚੇ ਨੇ। ਤਿੰਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਅਗਲਾ ਦਿਨ ਹੋਇਆ, ਸਿਪਾਹੀ ਆਏ ਲੈਣ ਵਾਸਤੇ, ਤੇ ਮਾਂ ਗੁਜਰ ਕੌਰ ਨੇ ਛਾਤੀ ਨਾਲ ਦੋਹਾਂ ਨੂੰ ਲਾਇਆ। ਸਾਰੀ ਰਾਤ ਠੰਡ ਦੇ ਵਿੱਚ ਮਾਸੂਮ ਬੱਚਾ ਸਾਡੇ ਘਰ ਵਿੱਚ ਹੈ ਨਾ 7 ਸਾਲ ਦਾ, ਭੈਣੋਂ ਮਹਿਸੂਸ ਕਰਕੇ ਵੇਖਿਓ, ਆ ਠੰਡ ਦੇ ਦਿਨ ਨੇ ਨਾ, ਅਸੀਂ ਬੱਚਿਆਂ ਨੂੰ ਦੂਰੇ ਦੂਰੇ ਕੱਪੜੇ ਪਹਿਨਾ ਦਿੰਨੇ ਆ, ਬੱਚਿਆਂ ਨੂੰ ਬੜਾ
ਢੰਗ ਤਰੀਕੇ ਦੇ ਨਾਲ ਅਸੀਂ ਗਰਮ ਕੱਪੜੇ ਪਹਿਨਾ ਕੇ ਉਹਨਾਂ ਨੂੰ ਪ੍ਰੇਰਿਤ ਕਰਦੇ ਹਾਂ, ਬਾਰ-ਬਾਰ ਕਹਿੰਦੇ ਵੀ ਬੇਟਾ ਨਹੀਂ, ਨੰਗੇ ਪੈਰੀ ਨਹੀਂ ਤੁਰਨਾ, ਨੰਗੇ ਪੈਰੀ ਨਹੀਂ ਰਹਿਣਾ, ਠੰਡ ਬਹੁਤ ਹੈ, ਬਿਮਾਰ ਹੋ ਜਾਵਾਂਗੇ। ਪਰ ਸਦਕੇ ਜਾਈਏ ਉਸ ਮਾਂ ਦੇ ਜਿਸ ਮਾਂ ਦੇ ਕੋਲ ਉੱਪਰ ਲੈਣ ਵਾਸਤੇ ਕੋਈ ਕੰਬਲ ਵੀ ਨਹੀਂ ਹੈਗਾ, ਕੋਈ ਖੇਸ ਵੀ ਨਹੀਂ ਹੈਗਾ। ਸਾਨੂੰ ਤਾਂ ਜਿੰਨੀਆਂ ਸਹੂਲਤਾਂ ਮਿਲੀਆਂ ਨਾ, ਅਸੀਂ ਤਾਂ ਸਿੱਖੀ ਨੂੰ 10 ਗੁਣਾ ਪ੍ਰਫੁੱਲਤ ਕਰਨਾ ਸੀ। ਠੰਡ ਹੋਵੇ ਤਾਂ ਅਸੀਂ ਆਪਣੇ ਕਮਰੇ ਦੇ ਵਿੱਚ ਜਾ ਕੇ ਹੀਟ ਲਾ ਲੈਂਦੇ ਹਾਂ, ਗਰਮੀ ਹੋਵੇ ਤਾਂ ਅਸੀਂ ਏਸੀ ਲਾ ਲੈਂਦੇ ਹਾਂ। ਸਾਡੇ ਕੋਲ ਤਾਂ ਇੰਨੀਆਂ ਸਹੂਲਤਾਂ, ਸਦਕੇ ਜਾਈਏ ਉਸ ਮਾਂ ਦੇ ਜਿਹੜੀ ਸੰਘਰਸ਼ ਵਿੱਚੋਂ ਗੁਜ਼ਰ ਕੇ ਸਾਨੂੰ ਐਡਾ ਵੱਡਾ ਰੁਤਬਾ ਦੇ ਗਈ। ਠੰਡੇ ਬੁਰਜ 'ਚ ਬੈਠੀ ਹੈ, ਮਾਸੂਮ ਬੱਚਿਆਂ ਨੂੰ ਛਾਤੀ ਨਾਲ ਲਾਇਆ, ਕਦੀ ਫਤਿਹ ਸਿੰਘ ਦਾ ਮੱਥਾ ਚੁੰਮਦੀ ਹੈ, ਕਦੀ ਜੋਰਾਵਰ ਸਿੰਘ ਦਾ ਮੱਥਾ ਚੁੰਮਦੀ ਹੈ, ਛਾਤੀ ਨਾਲ ਲਾ ਕੇ ਥੱਲੇ ਠੰਡਾ ਫਰਸ਼ ਤੇ ਜਿੱਥੇ ਬੈਠੀ ਹੈ ਮਾਂ। ਅੰਦਾਜ਼ਾ ਲਾਓ ਗੁਰਮੁਖੋ, ਉਸ ਮਾਹੌਲ ਨੂੰ ਅੱਖਾਂ ਦੇ ਸਾਹਮਣੇ ਲੈ ਕੇ ਆਏ। ਸਵੇਰ ਹੋਈ ਹੈ, ਸਿਪਾਹੀ ਲੈਣ ਵਾਸਤੇ ਆਏ। ਮਾਂ ਅਸੀਂ ਤੇਰੇ ਬੱਚਿਆਂ ਨੂੰ ਲੈਣ ਵਾਸਤੇ ਆਏ ਹਾਂ। ਰੁਕੋ ਸਿਪਾਹੀਓ, ਰੁਕੋ 1 ਮਿੰਟ ਵਾਸਤੇ। ਮਾਂ ਅਸੀਂ ਸਰਕਾਰੀ ਬੰਦੇ ਹਾਂ, ਸਾਨੂੰ ਹੁਕਮ ਹੋਇਆ। ਕਿਹਦਾ ਹੁਕਮ ਹੋਇਆ? ਵਜ਼ੀਦ ਖਾਨ ਦਾ ਹੁਕਮ ਹੋਇਆ, ਕਚਹਿਰੀ ਵਿੱਚ ਪੇਸ਼ ਕਰਨਾ। ਸਾਰੀ ਰਾਤ ਠੰਡ ਦੇ ਵਿੱਚ ਠਰਦੀ ਹੋਈ ਮਾਂ ਨੇ ਬੱਚਿਆਂ ਨੂੰ ਸਿੱਖਿਆ ਦਿੱਤੀ, ਪਿਆਰੇ ਬੱਚਿਓ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਰਸ ਹੋ। ਤੁਹਾਡਾ ਦਾਦਾ ਬੜਾ ਮਹਾਨ, ਤੁਹਾਡਾ ਪੜਦਾਦਾ ਬੜਾ ਮਹਾਨ। ਤੁਹਾਡੇ ਪੜਦਾਦੇ ਦਾ ਪਿਤਾ ਲਾਹੌਰ ਦੀ ਧਰਤੀ ਤੇ ਤੱਤੀ ਤਵੀ ਤੇ ਬੈਠ ਗਿਆ, ਸੀਸ ਵਿੱਚ ਤੱਤਾ ਰੇਤਾ ਪੈ ਗਿਆ। ਪਰ ਯਾਦ ਰੱਖਿਓ ਬੱਚਿਓ, ਆਪਣੇ ਅਸੂਲਾਂ ਨੂੰ ਨਹੀਂ ਤਿਆਗਿਆ, ਕਿਸੇ ਨਾਲ ਸਮਝੌਤਾ ਨਹੀਂ ਕੀਤਾ। ਪਿਆਰੇ ਬੱਚਿਓ, ਧਰਮ ਨਹੀਂ ਹਾਰਨਾ ਤੇ ਧਰਮ ਨੂੰ ਚੇਤੇ ਰੱਖਿਓ। ਧਰਮ ਕਦੇ ਜ਼ਿੰਦਗੀ ਦੇ ਵਿੱਚੋਂ ਨਹੀਂ ਹਾਰਨਾ। ਕਿੰਨੀ ਪਿਆਰੀ ਸਿੱਖਿਆ ਸੀ। ਸਾਰੀ ਰਾਤ ਮਾਂ ਨੇ ਸਿੱਖਿਆ ਦਿੱਤੀ। ਤੁਰਨ ਲੱਗਿਆ ਵੀ ਮਾਂ ਨੇ ਆਖਿਆ, ਪੁੱਤ ਆਪਣੇ ਦਾਦੇ ਪੜਦਾਦਿਆਂ ਦੀ ਸਿੱਖਿਆ ਨੂੰ ਚੇਤੇ ਰੱਖਿਓ। ਤੁਰਨ ਲੱਗੇ ਐ ਸਾਹਿਬਜ਼ਾਦੇ। ਤੇ ਕਵੀ ਅੱਲਾ ਯਾਰ ਖਾਂ ਜੋਗੀ ਨੇ ਬੜੀਆਂ ਪਿਆਰੀਆਂ ਸਤਰਾਂ ਲਿਖੀਆਂ ਵੀ ਮਾਂ ਕਹਿੰਦੀ, ਜਾਣੇ ਸੇ ਪਹਿਲੇ ਗਲੇ ਲਗਾ ਧੋ ਲਓ, ਵੀ ਰੁਕੋ 2 ਮਿੰਟ ਵਾਸਤੇ ਸਿਪਾਹੀਓ, ਕਾਲੇ ਨਾ ਪਓ। ਸਦਕੇ ਜਾਈਏ ਉਸ ਮਾਂ ਦੇ, ਜਿਸ ਮਾਂ ਨੂੰ ਪਤਾ ਵੀ ਜਿਸ ਝੂਠ ਦੀ ਕਚਹਿਰੀ ਵਿੱਚ ਚੱਲੇ ਨੇ ਨਾ, ਉੱਥੇ ਜਿਉਂਦੇ ਵਾਪਸ ਨਹੀਂ ਮੁੜਨੇ। ਪਰ ਮਾਂ ਨੇ ਤੁਰਨ ਲੱਗਿਆਂ ਵੀ ਆਖਿਆ, ਮੈਨੂੰ ਇਹਨਾਂ ਦੇ ਚਿਹਰਿਆਂ ਤੇ ਇੱਕ ਵਾਰੀ ਦਸਤਾਰੇ ਸਜਾ ਲੈਣ ਦਿਓ, ਸਿਰ ਤੇ ਦਸਤਾਰੇ ਸਜਾ ਲੈਣ ਦਿਓ, ਕਲਗੀਆਂ ਸਜਾ ਲੈਣ ਦਿਓ। ਤੁਰਨ ਲੱਗਿਆਂ ਵੀ ਮਾਂ ਨੇ ਆਖਿਆ, ਅੱਜ ਕਿਤੇ ਸਾਡੇ ਨਾ ਪਰਿਵਾਰਾਂ ਦੇ ਵਿੱਚ ਬੱਚਾ ਕਾਲਾ ਪੈ ਜਾਵੇ ਨਾ, ਤੇ ਕਈ ਵਾਰੀ ਮਾਵਾਂ ਵੀ ਕੇਸ ਵਾਹੁੰਦੀਆਂ ਬੱਚਿਆਂ ਦੇ ਕਲਪ ਜਾਂਦੀਆਂ। ਪਰ ਇਹ ਕਿਹੋ ਜੀ ਮਾਂ ਸੀ, ਜਿਸ ਮਾਂ ਨੇ ਇੰਨੀ ਭੀੜ ਮੁਸ਼ੱਕਤ ਵਿੱਚ ਵੀ ਸਿਪਾਹੀਆਂ ਨੂੰ ਰੋਕ ਲਿਆ। ਜਾਣੇ ਸੇ ਪਹਿਲੇ ਗਲੇ ਲਗਾ ਤੋ ਲਓ। ਕਹਿਣ ਲੱਗੀ ਵੀ ਮੈਨੂੰ ਇੱਕ ਵਾਰ ਗਲੇ ਲਗਾ ਲੈਣ ਦਿਓ ਇਹਨਾਂ ਨੂੰ। ਕੇਸੋਂ ਕੋ ਕੰਘੀ ਕਰੂੰ ਮੂੰਹ ਧੁਲਾ ਤੋ ਲਓ, ਮੈਨੂੰ ਇਹਨਾਂ ਦੇ ਕੇਸਾਂ ਨੂੰ ਕੰਘੀ ਕਰ ਲੈਣ ਦਿਓ। ਹੁਣ ਲਿਖਣ ਵਾਲੇ ਕਵੀ ਨੇ ਆਪਣਾ ਨਕਸ਼ਾ ਚਿੱਤਰਿਆ, ਕਵੀ ਅੱਲਾ ਯਾਰ ਖਾਂ ਜੋਗੀ। ਉਹ ਕਹਿੰਦਾ ਵੀ ਤੁਰਨ ਲੱਗਿਆ ਮਾਂ ਕਹਿੰਦੀ, ਮੈਂ ਕੇਸਾਂ ਨੂੰ ਕੰਘੀ ਕਰ ਲਵਾਂ, ਇਹਨਾਂ ਦੇ ਚਿਹਰੇ ਸਾਫ਼ ਕਰ ਲਵਾਂ, ਕਲਗੀਆਂ ਲਾ ਲਵਾਂ, ਦਸਤਾਰਾਂ ਸਜਾ ਲਵਾਂ। ਜਾਣੇ ਸੇ ਪਹਿਲੇ ਦੁਲਹਾ ਬਣਾ ਤੋ ਲਊਂ, ਇਹਨਾਂ ਦੇ ਮਰਨ ਤੋਂ, ਇਹਨਾਂ ਦੇ ਸ਼ਹੀਦ ਹੋਣ ਤੋਂ ਪਹਿਲਾਂ ਮੈਂ ਇਹਨਾਂ ਨੂੰ ਦੁਲਹਿਆਂ ਵਾਂਗ ਸੱਜੇ ਵੇਖਾਂ, ਇਹਨਾਂ ਨੂੰ ਦੂਲੇ ਵਾਂਗ ਸੱਜਿਆਂ ਵੇਖਣਾ ਚਾਹੁੰਦੀ ਹਾਂ। ਰੁਕ ਜਾਓ 1 ਮਿੰਟ ਵਾਸਤੇ। ਸਿਪਾਹੀ ਰੁਕੇ ਨੇ। ਮਾਂ ਨੇ ਦਸਤਾਰਾਂ ਸਜਾਈਆਂ, ਕਚਹਿਰੀ ਵਿੱਚ ਲੈ ਕੇ ਚੱਲੇ। ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕੀਤਾ ਹੈ, ਛੋਟੀ ਖਿੜਕੀ ਖੁੱਲੀ ਹੈ। ਔਰ ਉਹਨਾਂ ਨੂੰ ਪਤਾ ਵੀ ਇਹ ਬਹਾਦਰਾਂ ਦੇ ਸਪੂਤ ਕਦੇ ਕਾਇਰ ਤੇ ਬੁੱਝ ਦਿਲ ਨਹੀਂ ਹੋਇਆ ਕਰਦੇ। ਜਿਹੜੇ ਬਹਾਦਰਾਂ ਦੇ ਸਪੂਤ ਹੁੰਦੇ ਨੇ ਨਾ, ਉਹ ਕਦੇ ਕਾਇਰ ਨਹੀਂ ਹੁੰਦੇ, ਕਦੇ ਬੁੱਝ ਦਿਲ ਨਹੀਂ ਹੁੰਦੇ, ਕਦੇ ਕਮਜ਼ੋਰ ਨਹੀਂ ਹੁੰਦੇ। ਇਸ ਗੱਲ ਤੋਂ ਚੰਗੀ ਤਰ੍ਹਾਂ ਸੁੱਚਾ ਆਨੰਦ ਵਰਗੇ ਤੇ ਵਜ਼ੀਦ ਖਾਨ ਵਰਗੇ ਵਾਕਿਫ ਨੇ। ਸਾਹਿਬਜ਼ਾਦੇ ਕਚਹਿਰੀ ਵਿੱਚ ਗਏ ਤੇ ਜਦੋਂ ਕਚਹਿਰੀ ਵਿੱਚ ਜਾ ਕੇ ਜਾਣ ਲੱਗੇ ਨੇ ਤੇ ਦਰਵਾਜ਼ਾ ਬੰਦ ਹੈ। ਬਾਬਾ ਜੋਰਾਵਰ ਸਿੰਘ ਜਦੋਂ ਲੰਘਣ ਲੱਗੇ ਨੇ ਅੰਦਰ, ਤੇ ਪਹਿਲਾਂ ਉਹਨਾਂ ਨੇ ਆਪਣਾ ਜੁੱਤੀ ਵਾਲਾ ਪੈਰ ਅੱਗੇ ਵਧਾਇਆ, ਕਿਉਂਕਿ ਉਹਨਾਂ ਦਾ ਇਹ ਆਪਣਾ ਇਰਾਦਾ ਸੀ ਕਿ ਜਦੋਂ ਸਾਹਿਬਜ਼ਾਦੇ ਲੰਘਣਗੇ ਸਿਰ ਝੁਕਾ ਕੇ ਲੰਘਣਗੇ ਤੇ ਸਾਰੇ ਪਾਸੇ ਇਸ ਗੱਲ ਦਾ ਰੌਲਾ ਪੈ ਜਾਵੇਗਾ ਵੀ ਸਾਹਿਬਜ਼ਾਦਿਆਂ ਨੇ ਜਾ ਕੇ ਸੂਬਾ ਵਜੀਦ ਖਾਨ ਨੂੰ ਸਲਾਮ ਕਰ ਦਿੱਤੀ ਹੈ। ਜਿਹੜੇ ਇੱਕ ਨੂੰ ਸਲਾਮ ਕਰਨ ਵਾਲੇ ਨੇ ਨਾ, ਉਹ ਕਦੀ ਦੂਜਿਆਂ ਦੇ ਅੱਗੇ ਨਹੀਂ ਝੁਕਦੇ, ਉਹ ਕਦੇ ਦਰ-ਦਰ ਤੇ ਨਹੀਂ ਝੁਕਦੇ ਜਿਹੜੇ ਇੱਕ ਦੇ ਅੱਗੇ ਸਿਰ ਝੁਕਾ ਦੇਣ। ਜਿਨ੍ਹਾਂ ਦੇ ਪਿਤਾ ਪਤਾਮਾ ਇੱਕ ਨੂੰ ਮੰਨਣ ਵਾਲੇ ਨੇ, ਉਹ ਬਹੁਤਿਆਂ ਨੂੰ ਨਹੀਂ, ਬਹੁਤਿਆਂ ਦੇ ਪੁਜਾਰੀ ਨਹੀਂ ਬਣਦੇ। ਉਹ ਕਹਿੰਦੇ ਵੀ ਤੇਰੇ ਤੋਂ ਜੇ ਕੋਈ ਵੱਡਾ ਹੋਊਗਾ, ਮੈਂ ਤਾਂ ਸਿਰ ਉਹਦੇ ਅੱਗੇ ਝੁਕਾਵਾਂਗਾ। ਤੂੰ ਆਪਣੀ ਆਪ ਤੇ ਵੱਡਪਣ ਲੈ ਕੇ ਤੁਰਿਆ ਫਿਰਦਾ ਹੋਵੇਂਗਾ, ਮੈਂ ਤਾਂ ਸਭ ਤੇ ਵੱਡਾ ਜਿਹੜਾ, ਮੈਂ ਉਹਦੇ ਅੱਗੇ ਸਿਰ ਝੁਕਾਉਣਾ। ਸਾਹਿਬਜ਼ਾਦਿਆਂ ਨੇ ਖਿੜਕੀ ਵਿੱਚ ਦੀ ਲੰਘਦਿਆਂ ਸਿਰ ਪਿੱਛੇ ਕੀਤਾ, ਪੈਰ ਪਹਿਲਾਂ ਅੱਗੇ ਵਧਾਇਆ। ਖਾਮੋਸ਼ੀ ਛਾ ਗਈ ਚਾਰੇ ਪਾਸੇ।
ਇਹ ਤਾਂ ਛੋਟੀਆਂ ਛੋਟੀਆਂ ਉਮਰਾਂ ਵਾਲੇ ਵੱਡੇ ਵੱਡੇ ਇਰਾਦੇ ਲੈ ਕੇ ਤੁਰੇ ਫਿਰਦੇ ਨੇ। ਜਦੋਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੁੱਛਿਆ ਗਿਆ ਵੀ ਤੁਹਾਡੇ ਪਿਤਾ ਨੂੰ, ਤੁਹਾਡੇ ਭਰਾਤਾ ਨੂੰ ਸ਼ਹੀਦ ਕੀਤਾ ਗਿਆ, ਬਸ ਤੁਸੀਂ ਬਚਿਓ, ਜਾਂ ਤਾਂ ਇਸਲਾਮ ਕਬੂਲ ਕਰ ਲਓ, ਦੋ ਹੀ ਰਸਤੇ ਨੇ, ਤੇ ਜਾਂ ਮਰਨ ਵਾਸਤੇ ਤਿਆਰ ਹੋ ਜਾਓ। ਸਾਹਿਬਜ਼ਾਦਿਆਂ ਨੇ ਆਖਿਆ ਨਾ, ਸਾਡੇ ਪਿਤਾ ਨੂੰ ਕੋਈ ਸ਼ਹੀਦ ਕਰ ਸਕਦਾ ਹੈ, ਸਾਡਾ ਪਿਤਾ ਐਡਾ ਮਹਾਨ ਹੈ ਨਾ, ਉਹਨੂੰ ਕੋਈ ਸ਼ਹੀਦ ਨਹੀਂ ਕਰ ਸਕਦਾ। ਹਾਂ, ਜੇ ਤੁਸੀਂ ਸਾਨੂੰ ਇਸਲਾਮ ਦੀ ਗੱਲ ਕਹਿੰਦੇ ਹੋ ਨਾ, ਅਸੀਂ ਇੱਕ ਰਾਹ ਚੁਣ ਲਿਆ ਵੀ ਮਰਨ ਵਾਸਤੇ ਤਿਆਰ ਹਾਂ, ਅਸੀਂ ਦੀਨੇ ਇਸਲਾਮ ਕਬੂਲ ਨਹੀਂ ਕਰਾਂਗੇ। ਬਸ ਇੰਨੀ ਗੱਲ ਸੀ। ਦੁਨਾ ਸਿੰਘ ਹੰਡੂਰੀਏ ਨੇ ਵੀ ਜ਼ਿਕਰ ਕੀਤਾ ਹੈ ਵੀ ਜਦੋਂ ਸਾਹਿਬਜ਼ਾਦੇ ਇਸ ਗੱਲ ਤੇ ਨਹੀਂ ਨਾ ਮੰਨੇ, ਵਜਿਦ ਰਹੇ, ਤੇ ਸਾਹਿਬਜ਼ਾਦਿਆਂ ਨੂੰ ਕੋਰੜੇ ਮਾਰੇ ਗਏ, ਜਿਵੇਂ ਤੂਤ ਦੀਆਂ ਸ਼ਮਕਾਂ ਹੁੰਦੀਆਂ ਨਾ, ਇਸ ਤਰ੍ਹਾਂ ਦੀਆਂ ਸ਼ਮਕਾਂ। ਦੁਨਾ ਸਿੰਘ ਹੰਡੂਰੀਏ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ, ਉਹਨਾਂ ਦੇ ਤਨ ਤੇ ਸ਼ਮਕਾਂ ਮਾਰੀਆਂ ਗਈਆਂ, ਉਹ ਖਮਚੀ ਦੇ ਨਾਲ ਉਹਨਾਂ ਦਾ ਸਰੀਰ, ਉਹਨਾਂ ਦੀ ਚਮੜੀ ਉੱਠ ਗਈ ਹੈ ਜਿੱਥੇ ਜਿੱਥੇ ਲਾਸ਼ਾਂ ਪਈਆਂ ਨੇ। ਤੇ ਗੰਡਾ ਸਿੰਘ ਨੇ ਇਸ ਗੱਲ ਦਾ ਜ਼ਿਕਰ ਕੀਤਾ ਵੀ ਉਹਨਾਂ ਦੀਆਂ ਨੱਕ ਦੀਆਂ ਜਿਹੜੀਆਂ ਕੁਰੁੰਬਲੀਆਂ ਸੀ ਨਾ, ਐਨ ਠੰਡ ਦੇ ਨਾਲ ਲਾਲ ਹੋਈਆਂ ਪਈਆਂ ਸੀ, ਲਾਲ ਹੋਈਆਂ ਪਈਆਂ ਸੀ, ਇੰਨੀ ਸਰਦੀ ਸੀ। ਔਰ ਸਾਹਿਬਜ਼ਾਦੇ ਜਦੋਂ ਵਾਪਸ ਮਾਂ ਗੁਜਰ ਕੌਰ ਦੇ ਕੋਲ ਗਏ ਨੇ, ਮਾਂ ਨੇ ਵੇਖੀ ਹਾਲਤ, ਕੀ ਹੋਇਆ ਪੁੱਤਰ, ਸਾਰੀ ਵਾਰਤਾ ਦੱਸੀ ਹੈ ਮਾਂ ਨੇ। ਮਾਂ ਗੁਜਰ ਕੌਰ ਨੂੰ ਸਾਰੀ ਵਾਰਤਾ ਸਾਹਿਬਜ਼ਾਦਿਆਂ ਨੇ ਦੱਸੀ। ਇੱਥੋਂ ਤੱਕ ਜਦੋਂ ਅਗਲਾ ਦਿਨ ਹੋਇਆ ਨਾ, ਸਾਹਿਬਜ਼ਾਦਿਆਂ ਨੂੰ ਇੱਕ ਪਿੱਪਲ ਦੇ ਦਰਖਤ ਨਾਲ ਬੰਨਿਆ। ਸਾਧ ਸੰਗਤ, ਕਈ ਵਾਰੀ ਨਾ ਅਸੀਂ ਹੈਰਾਨ ਹੁੰਦੇ ਵੀ ਇਹ ਨਵੀਂ ਵਿਚਾਰ ਲੱਗਦੀ ਹੈ, ਪਰ ਸਮਕਾਲੀ ਕਵੀ ਦੋਨਾ ਸਿੰਘ ਹੰਡੂਰੀਏ ਦੀ ਲਿਖਤ ਹੈ, ਜਿਹੜਾ ਉਸ ਵਕਤ ਦਾ ਨਾਲ ਨਾਲ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੇ ਨਾਲ ਰਿਹਾ। ਉਹਨੇ ਸਾਰੀ ਵਾਰਤਾ ਨੂੰ ਕਲਮਬੰਦ ਕੀਤਾ ਔਰ ਉਹਨੇ ਜ਼ਿਕਰ ਕੀਤਾ ਵੀ ਸਾਹਿਬਜ਼ਾਦਿਆਂ ਨੂੰ ਇੱਕ ਪਿੱਪਲ ਦੇ ਦਰਖਤ ਨਾਲ ਬੰਨ੍ਹ ਕੇ ਤੇ ਨਿਸ਼ਾਨੇ ਲਾਏ ਗਏ ਗਲੇਲ ਦੇ ਨਾਲ, ਤੇ ਚਿਹਰੇ ਇਦਾਂ ਦੇ ਹੋ ਗਏ ਜਿਵੇਂ ਚੰਦਰਮਾ ਨੂੰ ਗ੍ਰਹਿਣ ਲੱਗਾ ਹੋਵੇ। ਏਡੇ ਸੁੰਦਰ ਚਿਹਰਿਆਂ ਤੇ ਗਲੇਲੇ ਮਾਰ ਮਾਰ ਕੇ ਉਹਨਾਂ ਨੇ ਤੇ ਨਿਸ਼ਾਨ ਲਾ ਲਾ ਕੇ ਉਹ ਚਿਹਰੇ ਲਾਲ ਕਰ ਦਿੱਤੇ ਗਏ। ਇੱਕ ਤਰ੍ਹਾਂ ਦਾ ਤਸ਼ੱਦਦ, ਇੱਕ ਤਰ੍ਹਾਂ ਦਾ ਜ਼ੁਲਮ ਢਾਇਆ ਗਿਆ ਵੀ ਇਹ ਸਾਹਿਬਜ਼ਾਦੇ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਹੱਕ ਵਿੱਚ ਬੋਲਣ ਦੀ ਗੱਲ ਕਰਨਗੇ। ਅਗਲੇ ਦਿਨ ਜਦੋਂ ਪੇਸ਼ ਕੀਤਾ ਗਿਆ ਨਾ ਕਚਹਿਰੀ ਵਿੱਚ, ਸਾਹਿਬਜ਼ਾਦਿਆਂ ਨੂੰ ਆਖਿਆ ਮੰਨਣ ਵਾਸਤੇ ਵੀ ਤੁਸੀਂ ਇਸਲਾਮ ਕਬੂਲ ਕਰੋ। ਸਾਹਿਬਜ਼ਾਦਿਆਂ ਨੇ ਮਾਂ ਗੁਜਰ ਕੌਰ ਦੀ ਦੱਸੀ ਸਿੱਖਿਆ ਦੇ ਨਾਲ ਨਾਲ ਚੱਲਦਿਆਂ ਬਿਲਕੁਲ ਨਾ ਕਰ ਦਿੱਤੀ ਵੀ ਅਸੀਂ ਦੀਨ ਇਸਲਾਮ ਕਬੂਲ ਨਹੀਂ ਕਰਨਾ, ਅਸੀਂ ਮਰਨ ਵਾਸਤੇ ਤਿਆਰ ਹਾਂ। ਕੋਲ ਖੜੇ ਸੁੱਚਾ ਨੰਦ ਨੇ ਉੱਚੀ ਆਵਾਜ਼ ਵਿੱਚ ਆਖਿਆ ਵੀ ਬਾਦਸ਼ਾਹ ਇਹ ਤਾਂ ਛੋਟੇ ਛੋਟੇ ਨੇ, ਵੇਖੋ ਨਿੱਕੇ ਨਿੱਕੇ ਨੇ, ਜਿੰਦਾਂ ਵੇਖੋ ਨਿੱਕੀਆਂ ਨਿੱਕੀਆਂ, ਉਮਰਾਂ ਵੇਖੋ ਨਿੱਕੀਆਂ, ਗੱਲਾਂ ਵੇਖੋ ਕਿੱਡੀਆਂ ਵੱਡੀਆਂ ਨੇ, ਇਹ ਤਾਂ ਸੱਪਾਂ ਦੇ ਪੁੱਤ ਨੇ। ਇੱਕ ਭੁਜੰਗੀ ਸ਼ਬਦ ਵਰਤਿਆ ਜਾਂਦਾ ਸਾਡੀ ਕੌਮ ਦੇ ਵਿੱਚ, ਅੱਜ ਵੀ ਨਿਹੰਗ ਸਿੰਘ ਭੁਜੰਗੀ ਸ਼ਬਦ ਵਰਤਦੇ, ਛੋਟੇ ਨੂੰ ਕਹਿੰਦੇ ਭੁਜੰਗੀ, ਤੇ ਭੁਜੰਗ ਦਾ ਅਰਥ ਹੁੰਦਾ ਸੱਪ। ਇਹ ਗੱਲ ਕਿਤੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਸੁੱਚਾ ਨੰਦ ਨੇ ਖੜ ਕੇ ਕਹੀ ਸੀ ਵੀ ਇਹ ਸੱਪਾਂ ਦੇ ਬੱਚੇ ਨੇ ਤੇ ਸੱਪ ਨੇ, ਤੇ ਸੱਪ ਦਾ ਅਰਥ ਹੁੰਦਾ ਭੁਜੰਗ, ਭੁਜੰਗ ਦਾ ਅਰਥ ਭੁਜੰਗੀ। ਆਮ ਤੌਰ ਤੇ ਅੱਜ ਨਿਹੰਗ ਸਿੰਘ ਛੋਟੇ ਬੱਚੇ ਵਾਸਤੇ ਵਰਤਦੇ ਨੇ। ਔਰ ਕੀ ਪਤਾ ਸੀ ਸੁੱਚਾ ਨੰਦ ਨੂੰ ਵੀ ਇਸ ਕੌਮ ਦੇ ਵਿੱਚ ਹਰ ਇੱਕ ਪੈਦਾ ਹੋਣ ਵਾਲਾ ਬੱਚਾ ਭੁਜੰਗ ਹੀ ਹੋਵੇਗਾ ਤੇ ਉਹਨੂੰ ਭੁਜੰਗੀ ਆਖਿਆ ਜਾਵੇਗਾ, ਕੀ ਪਤਾ ਸੀ ਉਹਨੂੰ। ਪਰ ਉਹਨੇ ਗੱਲ ਕਹਿ ਦਿੱਤੀ ਵੀ ਸੱਪਾਂ ਦੇ ਬੱਚੇ ਨੇ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ। ਪਰ ਇੰਨੀ ਗੱਲ ਹੋਈ ਤੇ ਕੋਲ ਖੜੇ ਸ਼ੇਰ ਮੁਹੰਮਦ ਖਾਨ, ਜਿਹੜਾ ਮਲੇਰਕੋਟਲੇ ਦੇ ਰਹਿਣ ਵਾਲਾ ਸੀ, ਜਿਹਦਾ ਭਰਾ ਸੀ ਨਾਰ ਖਾਨ, ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਚਮਕੌਰ ਦੀ ਹਵੇਲੀ ਦੇ ਵਿੱਚ, ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਕੀਤਾ ਸੀ, ਮਾਰਿਆ ਸੀ। ਗੁਰੂ ਸਾਹਿਬ ਦੇ ਤੀਰ ਨਾਲ ਉਹ ਖਤਮ ਹੋਇਆ ਸੀ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਟਾਕਰਾ ਲੈਣ ਵਾਸਤੇ ਆ ਰਿਹਾ ਸੀ, ਗੜ੍ਹੀ ਵੱਲ ਨੂੰ ਚੜ੍ਹਦਾ ਆ ਰਿਹਾ ਸੀ। ਸਤਿਗੁਰੂ ਨੇ ਤੀਰ ਮਾਰਿਆ ਤੇ ਉਹਨੂੰ ਖਤਮ ਕਰ ਦਿੱਤਾ। ਉਸ ਵਕਤ ਮਲੇਰਕੋਟਲੀਏ ਸ਼ੇਰ ਮੁਹੰਮਦ ਖਾਨ ਨੂੰ ਆਖਿਆ ਗਿਆ ਵੀ ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਸੀ, ਤੂੰ ਇਹਨਾਂ ਬੱਚਿਆਂ ਤੋਂ ਬਦਲਾ ਲੈ ਲੈ। ਉਹਨੇ ਖੜੇ ਹੋ ਕੇ ਇਹ ਗੱਲ ਆਖੀ। ਸੂਬਾ ਵਜੀਦ ਖਾਨ ਸ਼ਰਅ ਦੇ ਮੁਤਾਬਕ ਇਹ ਗੱਲ ਫਬਦੀ ਨਹੀਂ ਹੈ, ਮੈਂ ਮਾਸੂਮਾਂ ਦੇ ਉੱਪਰ ਜ਼ੁਲਮ ਨਹੀਂ ਕਰਾਂਗਾ। ਹਾਂ, ਜੇ ਗੁਰੂ ਕਲਗੀਧਰ ਪਾਤਸ਼ਾਹ ਮੇਰੇ ਸਾਹਮਣੇ ਆਵੇਗਾ ਤੇ ਮੈਂ ਮੈਦਾਨ ਵਿੱਚ ਦੋ ਹੱਥ ਕਰਾਂਗਾ, ਪਰ ਮੈਂ ਇਹਨਾਂ ਮਾਸੂਮਾਂ ਤੇ ਜ਼ੁਲਮ ਨਹੀਂ ਕਰਾਂਗਾ, ਇਹ ਸ਼ਰਅ ਇਜਾਜ਼ਤ ਨਹੀਂ ਦਿੰਦੀ। ਔਰ ਉਸ ਵਕਤ ਆਜ਼ਾਦ ਕੌਮ ਦਾ ਬੰਦਾ ਜਿਹੜਾ ਸੀ ਨਾ, ਉਹ ਇੰਨੀ ਗੱਲ ਕਹਿ ਗਿਆ ਵੀ ਮੈਂ ਮਾਸੂਮਾਂ ਤੇ ਜ਼ੁਲਮ ਨਹੀਂ ਕਰਾਂਗਾ। ਗੁਲਾਮ ਕੌਮ ਦਾ ਬੰਦਾ ਸੁੱਚਾ ਨੰਦ ਉੱਠ ਕੇ ਕਹਿਣ ਲੱਗਾ
ਵੀ ਬਾਦਸ਼ਾਹ ਜੇ ਇਹਨਾਂ ਬੱਚਿਆਂ ਨੂੰ ਅੱਜ ਆਪਾਂ ਜਿਉਂਦੇ ਛੱਡਦੇ ਆਂ ਤੇ ਸਾਡੇ ਲਈ ਆਉਣ ਵਾਲਾ ਸਮਾਂ ਔਖਾ ਹੋਵੇਗਾ। ਵੇਖ ਲਓ ਪੁੱਛ ਕੇ ਬੱਚਿਆਂ ਨੂੰ, ਇੱਕ ਵਾਰ ਪੁੱਛਿਆ ਗਿਆ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਕੀ ਕਰੋਗੇ। ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਨੇ ਆਖਿਆ ਵੀ ਅਸੀਂ ਆਪਣੇ ਭਰਾਵਾਂ ਦੇ ਨਾਲ ਰਲਾਂਗੇ, ਆਪਣੇ ਪਿਤਾ ਦੀ ਭਾਲ ਕਰਾਂਗੇ, ਘੋੜੇ ਇਕੱਤਰ ਕਰਾਂਗੇ, ਸ਼ਸਤਰ ਲੈ ਕੇ ਆਵਾਂਗੇ ਵਧੀਆ ਤੋਂ ਵਧੀਆ, ਤੇ ਉਸ ਤੋਂ ਬਾਅਦ ਕੀ ਕਰੋਗੇ। ਆਖਿਆ ਵੀ ਓਨੀ ਦੇਰ ਤੱਕ ਜ਼ੁਲਮੀ ਰਾਜ ਨਾਲ ਲੜਦੇ ਰਵਾਂਗੇ, ਤੁਹਾਡੇ ਵਰਗੇ ਲੋਕਾਂ ਨਾਲ ਓਨੀ ਦੇਰ ਟੱਕਰ ਲੈਂਦੇ ਰਵਾਂਗੇ ਜਿੰਨੀ ਦੇਰ ਤੱਕ ਜ਼ੁਲਮੀ ਰਾਜ ਦੀਆਂ ਇਸ ਧਰਤੀ ਤੋਂ ਜੜ੍ਹਾਂ ਪੁੱਟੀਆਂ ਨਹੀਂ ਜਾਂਦੀਆਂ, ਉਨੀ ਦੇਰ ਤੱਕ ਲੜਦੇ ਰਵਾਂਗੇ। ਬਸ ਇੰਨੀ ਗੱਲ ਸੀ। ਉਸ ਤੋਂ ਬਾਅਦ ਪਹਾੜੇ ਦੇ ਕਾਜੀ ਨੇ ਫਤਵਾ ਜਾਰੀ ਕਰ ਦਿੱਤਾ। ਧਿਆਨ ਨਾਲ ਸਮਝਿਓ, ਕਾਜੀ ਜਿਹੜੇ ਹੁੰਦੇ ਨੇ ਨਾ ਉਹਨੂੰ ਫਤਵੇ ਜਾਰੀ ਕਰਦੇ, ਉਹ ਕਿਸੇ ਵੀ ਕੌਮ ਦੇ ਹੋ, ਉਹਨਾਂ ਦਾ ਕੰਮ ਹੁੰਦਾ ਵੀ ਬਸ ਰਿਸ਼ਵਤ ਲਓ ਤੇ ਫਤਵਾ ਜਾਰੀ ਕਰੋ। ਉਹਨਾਂ ਨੇ 4 ਅੱਖਰ ਲਿਖਣੇ ਨੇ, ਲਿਖ ਕੇ ਸਾਹਮਣੇ ਪੇਸ਼ ਕਰ ਦੇਣੇ ਨੇ, ਪੜ੍ਹ ਦੇਣੇ ਨੇ। ਇਸ ਮੁਜਰਮ ਨੂੰ ਇਹ ਸਜ਼ਾ ਦਿੱਤੀ ਜਾਂਦੀ ਹੈ। ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣਿਆ ਗਿਆ, ਬੇਹੋਸ਼ ਹੋਏ, ਔਰ ਉਸ ਤੋਂ ਬਾਅਦ ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਫੇਰ ਕਟਾਰ ਦੇ ਨਾਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ 2 ਵਿਅਕਤੀਆਂ ਦੇ ਨਾਮ ਜਿਹੜਾ ਇਤਿਹਾਸ ਵਿੱਚ ਆਉਂਦੇ ਨੇ, ਜਿਨ੍ਹਾਂ ਨੇ ਸਾਹ ਰਗ ਕੱਟ ਕੇ ਹੌਲੀ ਹੌਲੀ ਜ਼ਿਬਾ ਕਰਨ ਦਾ ਅਰਥ ਹੁੰਦਾ ਹੌਲੀ ਹੌਲੀ ਗਰਦਨ ਨੂੰ ਕੱਟਣਾ। ਸਾਹਿਬਜ਼ਾਦਿਆਂ ਨੂੰ ਸਹਿਜੇ ਸਹਿਜੇ ਛੁਰੀਆਂ ਦੇ ਨਾਲ ਕੋਹ ਕੇ ਉੱਥੇ ਕਤਲ ਕੀਤਾ ਗਿਆ। ਅੱਜ ਵੀ ਆਪਾਂ ਗੁਰਦੁਆਰਾ ਸਾਹਿਬ ਮੌਜੂਦ ਹੈ, ਜਦੋਂ ਸਰਹੰਦ ਦੀ ਧਰਤੀ ਤੇ ਜਾਂਦੇ, ਕਤਲਗੜ੍ਹ ਸਾਹਿਬ ਗੁਰਦੁਆਰਾ ਜਾਂਦੇ ਆਪਾਂ, ਤੁਸੀਂ ਗੁਰੂ ਕੇ ਪਿਆਰਿਓ, ਗੁਰਮੁਖ ਪਿਆਰਿਆਂ ਨੇ ਦਰਸ਼ਨ ਕੀਤੇ ਹੋਣਗੇ। ਸਾਹਿਬਜ਼ਾਦਿਆਂ ਨੇ ਆਪਣੀ ਕੌਮ ਦੇ 7 ਸਾਲ ਤੇ 9 ਸਾਲ ਦੇ ਵਾਰਸਾਂ ਨੂੰ ਪੂਰਨੇ ਪਾ ਕੇ ਦੱਸ ਦਿੱਤੇ ਕਿ ਸਿੱਖ ਕਦੇ ਅਕੀਦੇ ਤੋਂ ਨਹੀਂ ਡੋਲਦਾ, ਸਿੱਖ ਕਦੇ ਸੱਚ ਤੋਂ ਥਿੜਕਦਾ ਨਹੀਂ ਹੈ, ਆਪਣੀ ਜਾਨ ਤੇ ਕੁਰਬਾਨ ਕਰ ਜਾਂਦਾ, ਪਰ ਆਪਣੀ ਕੌਮ ਦੇ ਲਈ ਸਦਾ ਵਾਸਤੇ ਪੂਰਨੇ ਪਾ ਕੇ ਜਾਂਦਾ। ਉਧਰੋਂ ਬਿਰਧ ਮਾਤਾ ਗੁਜਰ ਕੌਰ ਦੇ ਬਾਰੇ ਆਖਿਆ ਜਾਂਦਾ ਵੀ ਮਾਂ ਨੂੰ ਜਦੋਂ ਖਬਰ ਪਤਾ ਲੱਗੀ, ਮਾਂ ਨੇ ਪ੍ਰਾਣ ਤਿਆਗ ਦਿੱਤੇ। ਨਹੀਂ, ਜਿਹੜੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਰਹੇ ਸੀ ਨਾ, ਉਹਨਾਂ ਨੇ ਬਿਰਧ ਮਾਂ ਗੁਜਰ ਕੌਰ ਨੂੰ ਵੀ ਸ਼ਹੀਦ ਕੀਤਾ। ਇਹ ਐਸੀ ਮਾਂ ਨਹੀਂ ਸੀ, ਇਹ ਉਹ ਵਕਤ ਨਾ ਮਾਂ ਨੇ ਪ੍ਰਾਣ ਤਿਆਗੇ ਜਦੋਂ ਭਰ ਜਵਾਨੀ ਦੇ ਵਿੱਚ ਆਪਣੇ ਪਤੀ ਨੂੰ ਦਿੱਲੀ ਵੱਲ ਨੂੰ ਤੋਰਿਆ। ਇਹ ਉਹ ਮਾਂ ਹੈ ਜਿਹਨੇ ਆਪਣੇ ਪੁੱਤਰ ਨੂੰ ਤਿਆਰ ਕੀਤਾ, ਤੇ ਜਿਸ ਪੁੱਤਰ ਨੇ 14 ਜੰਗਾਂ ਜ਼ੁਲਮ ਦੇ ਵਿਰੋਧ ਵਿੱਚ ਲੜੀਆਂ। ਇਹ ਉਹ ਮਾਂ ਅੱਜ ਪੋਤਿਆਂ ਦੇ ਸ਼ਹੀਦ ਹੋਣ ਤੇ ਕਿਵੇਂ ਮਾਂ ਆਪਣੇ ਪ੍ਰਾਣ ਤਿਆਗ ਦੇਵੇਗੀ। ਕਿਵੇਂ ਕਈਆਂ ਨੇ ਇਹ ਵੀ ਲਿਖਿਆ ਵੀ ਮਾਂ ਨੇ ਹੀਰਾ ਚੱਟ ਲਿਆ ਤੇ ਉਹ ਪ੍ਰਾਣ ਤਿਆਗ ਗਈ। ਨਹੀਂ ਸਾਧ ਸੰਗਤ, ਉਹਨਾਂ ਜ਼ੁਲਮੀ ਬਿਰਤੀ ਵਾਲਿਆਂ ਨੇ ਉਸ ਵਕਤ ਮਾਂ ਗੁਜਰ ਕੌਰ ਨੂੰ ਵੀ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕੀਤਾ। ਗੌਰ ਕਰਿਓ ਇਸ ਗੱਲ ਤੇ। ਇਹ ਉਹਨਾਂ ਦੀ ਲਾਸਾਨੀ ਸ਼ਹਾਦਤ, ਉਹਨਾਂ ਸਾਡੇ ਬਜ਼ੁਰਗਾਂ ਦੀ, ਸਾਡੇ ਭਰਾਤਾਂ ਦੀ, ਸਾਡੀਆਂ ਮਾਤਾਵਾਂ ਦੇ, ਸਮੁੱਚੇ ਸਾਰੇ ਸ਼ਹੀਦਾਂ ਦੇ ਇਤਿਹਾਸ ਨੂੰ ਪੜ੍ਹ ਕੇ ਵੇਖੋ। ਏਡਾ ਵੱਡਾ ਸਰਮਾਇਆ ਸਾਡੇ ਕੋਲ। ਇਹ ਤਾਂ ਇਉਂ ਹੈ ਨਾ ਵੀ ਜਿਸ ਘਰ ਵਿੱਚ ਬੜਾ ਧਨ ਹੋਵੇ, ਇੱਕ ਬਾਪ ਬੱਚੇ ਨੂੰ ਬਹੁਤ ਸਾਰਾ ਧਨ ਦੇ ਕੇ ਜਾਵੇ ਤੇ ਬੱਚਾ ਕਿਰਾਏ ਦੇ ਵਿੱਚ ਬਾਟਾ ਲੈ ਕੇ ਮੰਗ ਰਿਹਾ ਹੋਵੇ ਲੋਕਾਂ ਦੇ ਕੋਲੋਂ, 2-2 4-4 10-10 ਰੁਪਏ ਮੰਗ ਰਿਹਾ ਹੋਵੇ, ਤੇ ਕੋਈ ਪੁੱਛੇ ਵੀ ਤੇਰਾ ਤਾਂ ਪਿਤਾ ਬੜਾ ਅਮੀਰ ਸੀ, ਤੇਰਾ ਦਾਦਾ ਪੜਦਾਦਾ ਬੜਾ ਅਮੀਰ ਸੀ, ਕੀ ਕਾਰਨ ਹੈ ਤੂੰ ਇਸ ਚਰਾਏ ਵਿੱਚ ਖੜਾ ਕਿਉਂ ਮੰਗ ਰਿਹਾ ਹੈ? ਉਹਦਾ ਜਵਾਬ ਕੀ ਹੋਵੇਗਾ? ਪਿਤਾ ਅਮੀਰ ਸੀ, ਦਾਦਾ ਵੀ ਅਮੀਰ ਸੀ, ਮੇਰੇ ਵੱਡੇ ਵਡੇਰੇ ਅਮੀਰ ਸਨ, ਪਰ ਜੋ ਉਹ ਧਨ ਮੈਨੂੰ ਦੇ ਕੇ ਗਏ ਨੇ ਨਾ, ਉਸ ਧਨ ਦੀ ਚਾਬੀ ਮੇਰੇ ਕੋਲ ਨਹੀਂ ਹੈ। ਮੈਂ ਹੁਣ ਕੀ ਕਰਾਂ, ਮੈਨੂੰ ਵਰਤਨ ਦਾ ਤਰੀਕਾ ਨਹੀਂ ਆ ਰਿਹਾ। ਸਾਧ ਸੰਗਤ, ਸੱਚ ਹੋਇਆ ਇਦਾਂ ਹੀ, ਜੋ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ ਇਤਿਹਾਸ ਸਿਰਜਿਆ। ਜਿਹੜੀ ਸ਼ਹਾਦਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਹੋਈ ਨਾ, ਆਦਿ ਬੀੜ ਦੀ ਸੰਪਾਦਨਾ ਕਰਕੇ ਹੋਈ ਸੀ। ਮੁੱਖ ਕਾਰਨ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੀੜ, ਜਿਹੜੀ ਆਦਿ ਬੀੜ ਜਿਹਦਾ 1604 ਦੇ ਵਿੱਚ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਹੋਇਆ ਸੀ ਨਾ, ਇਹ ਉਸ ਸੰਪਾਦਨਾ ਕਰਕੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਹੋਈ ਸੀ। ਕਿਉਂਕਿ ਆਲੇ ਦੁਆਲੇ ਵਿੱਚ ਦਹਿਸ਼ਤ ਫੈਲ ਗਈ, ਨਵਾਂ ਗ੍ਰੰਥ ਤਿਆਰ ਹੋ ਗਿਆ ਜਿਹੜਾ ਏਕਤਾ ਦੀ ਗੱਲ ਕਰਦਾ। ਖੰਡੇ ਬਾਟੇ ਦੀ ਪੌਲ ਤਿਆਰ ਹੁੰਦੀ ਹੈ, ਆਲੇ ਦੁਆਲੇ ਦਹਿਸ਼ਤ ਫੈਲ ਜਾਂਦੀ ਹੈ ਵੀ ਇੱਕ ਬਾਟੇ ਦੇ ਵਿੱਚ ਅਮੀਰ ਗਰੀਬ ਸ਼ੂਦਰ ਨੀਵਾਂ ਉੱਚਾ, ਨੀਵੀਆਂ ਜ਼ਾਤਾਂ ਵਾਲਿਆਂ ਨੂੰ ਵੀ ਇੱਕ ਬਾਟੇ ਵਿੱਚ ਗੁਰੂ ਕਲਗੀਧਰ ਨੇ ਅੰਮ੍ਰਿਤ ਛਕਾ ਦਿੱਤਾ। ਆਉਣ ਵਾਲੇ ਸਮੇਂ ਵਿੱਚ ਸਾਡੀਆਂ ਉੱਚ ਜਾਤਾਂ ਕਿੱਥੇ ਜਾਣਗੀਆਂ? ਇਹ ਕਿੰਨਾਂ ਨੂੰ ਡਰ ਪੈਦਾ ਹੋ ਗਿਆ? ਪਰਬਤੀ ਰਾਜਿਆਂ ਨੂੰ, ਪਹਾੜੀ ਰਾਜਿਆਂ ਨੂੰ। ਇਹ ਉਹਨਾਂ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਰ ਇਧਰ ਕਿਸੇ ਨਾਲ ਧੱਕਾ ਨਹੀਂ, ਕਿਸੇ ਨਾਲ ਜ਼ੁਲਮ ਨਹੀਂ। ਸਾਧ ਸੰਗਤ, ਏਡਾ ਵੱਡਾ ਸਰਮਾਇਆ ਸਾਡੀ ਕੌਮ ਦੇ ਕੋਲ, ਸਾਡੀ ਕੌਮ ਵਰਗਾ ਇਤਿਹਾਸ ਹੀ ਕਿਤੇ ਨਹੀਂ ਹੈ। ਪਰ ਅਸੀਂ ਇਹਨੂੰ ਪੜ੍ਹ ਕੇ ਤਾਂ ਵੇਖੀਏ, ਇਹਨੂੰ ਵਿਚਾਰ ਕੇ ਤਾਂ ਵੇਖੀਏ, ਕਿਤੇ ਚਰਖੀਆਂ ਤੇ ਚੜ੍ਹਦੇ ਨਜ਼ਰ ਆਉਂਦੇ।
ਕਿਤੇ ਰੇਲ ਗੱਡੀਆਂ ਦੇ ਇੰਜਣਾਂ ਦੇ ਅੱਗੇ ਖੜੇ ਹੋਏ ਨਜ਼ਰ ਆਉਂਦੇ ਨੇ, ਕਿਤੇ ਤਵੀਆਂ ਤੇ ਬੈਠੇ ਨਜ਼ਰ ਆਉਂਦੇ ਨੇ, ਕਿਤੇ ਬੰਦ-ਬੰਦ ਕਟਵਾਉਂਦੇ ਨਜ਼ਰ ਆਉਂਦੇ ਨੇ, ਕਿਤੇ ਸਰਹੰਦ ਦੀਆਂ ਦੀਵਾਰਾਂ ਵਿੱਚ ਖੜ ਕੇ ਤੇ ਸਿੱਖੀ ਦਾ ਮਹਿਲ ਉਸਾਰਦੇ ਨਜ਼ਰ ਆਉਂਦੇ ਨੇ। ਪਰ ਬਦਕਿਸਮਤੀ ਸਾਡੀ ਕੌਮ ਦੀ, ਸਾਨੂੰ ਹੋਰ ਗੱਲਾਂ ਚੇਤੇ ਰਹਿ ਗਈਆਂ। ਅੱਜ ਨਾ ਅਜੋਕੇ ਸਮੇਂ ਦੇ ਵਿੱਚ ਮਰਿਆਂ ਸਾਧਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ। ਮਾਫ ਕਰਿਓ, ਮੈਂ ਕਿਸੇ ਦੇ ਵਿਰੋਧ ਵਿੱਚ ਨਹੀਂ, ਪਰ ਮੈਂ ਚੇਤਾ ਰੱਖਿਓ, ਜਿਹਨੇ ਕੌਮ ਵਾਸਤੇ ਕੁਝ ਨਹੀਂ ਨਾ ਕੀਤਾ ਹੁੰਦਾ, ਉਹਦੀ ਬਰਸੀ ਦਾ ਸਾਨੂੰ ਸਾਲ ਬਾਅਦ ਚੇਤਾ ਹੁੰਦਾ ਵੀ ਮਹਾਂਪੁਰਖਾਂ ਦੀ ਬਰਸੀ ਆਉਣੀ, ਬਾਬਾ ਜੀ ਦੀ ਬਰਸੀ ਆਉਣੀ ਹੈ। ਪਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ ਬਾਰੇ ਜਾਂ ਜਨਮ ਤਰੀਕਾਂ ਬਾਰੇ ਸਾਡੇ ਬੱਚਿਆਂ ਨੂੰ ਚੇਤਾ ਹੋਊਗਾ, ਪਰ ਬਜ਼ੁਰਗਾਂ ਨੂੰ, ਭੈਣਾਂ ਨੂੰ, ਮਾਤਾਵਾਂ ਨੂੰ ਬਹੁਤ ਘੱਟ ਚੇਤਾ ਹੋਵੇਗਾ, ਬਹੁਤ ਘੱਟ। ਉਹ ਵਿਰਲੇ ਨੇ, ਭਾਗਾਂ ਵਾਲੇ ਪਰਿਵਾਰ ਨੇ ਜਿਨ੍ਹਾਂ ਪਰਿਵਾਰਾਂ ਵਿੱਚ ਚੇਤੇ ਕੀਤਾ ਜਾਂਦਾ ਹੈ। 25 ਦਸੰਬਰ ਨੂੰ ਕ੍ਰਿਸਮਸ ਡੇ ਆਇਆ, ਇਹ ਬੱਚਿਆਂ ਨੂੰ ਵੀ ਪਤਾ ਹੈ ਤੇ ਬਜ਼ੁਰਗਾਂ ਨੂੰ ਵੀ ਪਤਾ ਹੈ, ਪੂਰੀ ਦੁਨੀਆ ਦੇ ਵਿੱਚ ਪਤਾ ਹੈ। ਇੱਕ ਜੀਸਸ ਦਾ ਸਾਰੀ ਦੁਨੀਆ ਨੂੰ ਪਤਾ ਹੈ ਵੀ ਉਹਨੂੰ ਸਲੀਬ ਤੇ ਟੰਗਿਆ ਗਿਆ, ਉਹਨੂੰ ਕੀ ਕੀਤਾ, ਉਹਦੇ ਬਾਰੇ ਸਾਰਾ ਕੁਝ ਸਕੂਲਾਂ ਵਿੱਚ ਹੀ ਪੜ੍ਹਾ ਦਿੱਤਾ ਜਾਂਦਾ ਬੱਚਿਆਂ ਨੂੰ। ਪਰ ਬਦਕਿਸਮਤੀ ਇਹ ਹੈ ਕਿ ਜਿਨ੍ਹਾਂ ਨੇ ਕੌਮ ਵਾਸਤੇ ਸ਼ਹੀਦੀਆਂ ਦਿੱਤੀਆਂ ਨੇ ਉਹਨਾਂ ਬਾਰੇ ਦੱਸਿਆ ਨਹੀਂ ਜਾਂਦਾ। ਉਹਦੇ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਜੇ ਸਾਡੇ ਘਰਾਂ ਵਿੱਚ ਕਿਧਰੇ ਬੱਚਾ ਸਵਾਲ ਕਰ ਲਵੇ ਨਾ, ਕਈ ਵਾਰੀ ਮਾਂ-ਬਾਪ ਨੂੰ ਸਵਾਲ ਨਹੀਂ ਆਉਂਦਾ, ਉਹ ਵੀ ਬੱਚੇ ਨੂੰ ਤਾੜਨਾ ਕਰਦੇ ਵੀ ਤੂੰ ਸਾਡੇ ਨਾਲੋਂ ਪਹਿਲਾਂ ਜੰਮਿਆ, ਇਹ ਸਵਾਲ ਤੂੰ ਕਿਵੇਂ ਕੀਤਾ ਸਾਨੂੰ। ਸਾਧ ਸੰਗਤ, ਜਦੋਂ ਅਧਿਆਪਕ ਨੂੰ ਸਵਾਲ ਦਾ ਜਵਾਬ ਨਾ ਆਵੇ ਤੇ ਸਫਲ ਅਧਿਆਪਕ ਉਹ ਹੁੰਦਾ ਵੀ ਜਿਹੜਾ ਬੱਚੇ ਨੂੰ ਵਕਤ ਦੇ ਦੇਵੇ ਵੀ ਮੈਂ ਤੁਹਾਨੂੰ 2 ਦਿਨ ਤੱਕ 3 ਦਿਨ ਤੱਕ ਦੱਸਾਂਗਾ। ਸਫਲ ਅਧਿਆਪਕ ਦੀ ਨਿਸ਼ਾਨੀ ਹੁੰਦੀ ਹੈ। ਤੇ ਕਮਜ਼ੋਰ ਅਧਿਆਪਕ ਦੀ ਨਿਸ਼ਾਨੀ ਇਹ ਹੁੰਦੀ ਵੀ ਬੱਚਾ ਸਵਾਲ ਕਰੇ ਤੇ ਅੱਗੋਂ ਜਵਾਬ ਉਲਟਾ ਦੇਵੇ ਵੀ ਤੂੰ ਇਹ ਸਵਾਲ ਕਿਉਂ ਪੁੱਛ ਰਿਹਾ, ਤੈਨੂੰ ਕੀ ਪ੍ਰੋਬਲਮ ਹੈ। ਸਮਝੋ ਵੀ ਕਿਤੇ ਨਾ ਕਿਤੇ ਅਧਿਆਪਕ ਦੀ ਕਮਜ਼ੋਰੀ ਹੈ। ਮਾਂ ਬਾਪ ਦੇ ਅੱਗੇ ਬੱਚਾ ਸਵਾਲ ਕਰੇ, ਮੈਂ ਤਾਂ ਹੈਰਾਨ ਹੁੰਦਾ ਵੀ ਜਦੋਂ ਬੱਚਾ ਸਾਡਾ ਸਕੂਲ ਜਾਂਦਾ ਹੈ ਨਾ, ਤੇ ਬੱਚਾ 4-5 ਦਿਨਾਂ ਦੇ ਵਿੱਚ ਸਕੂਲ ਜਾਣ ਲੱਗਿਆ ਉਹਨੂੰ ਛੋਟੀਆਂ-ਛੋਟੀਆਂ ਗੱਲਾਂ ਅਧਿਆਪਕ ਦੱਸਦਾ ਤੇ ਸਿੱਖ ਜਾਂਦਾ ਹੈ ਬੱਚਾ। ਤੇ ਫਿਰ ਉਸ ਤੋਂ ਬਾਅਦ ਦੂਜੀ, ਤੀਜੀ, ਚੌਥੀ ਕਲਾਸ ਤੱਕ ਬੱਚੇ ਨੂੰ ਇੰਗਲਿਸ਼ ਬੋਲਣੀ ਆ ਜਾਂਦੀ ਹੈ, ਹਿੰਦੀ ਬੋਲਣੀ ਆਉਂਦੀ ਹੈ, ਪੰਜਾਬੀ ਬੋਲੀ ਆਉਂਦੀ ਹੈ। ਤੇ ਜੋ ਹੋਮਵਰਕ ਉਹਨੂੰ ਬੱਚੇ ਨੂੰ ਅਧਿਆਪਕ ਦਿੰਦਾ ਉਹ ਬੱਚਾ ਕੰਪਲੀਟ ਕਰਕੇ ਘਰੇ ਵੀ ਸੁਣਾਉਂਦਾ ਤੇ ਸਕੂਲ ਜਾ ਕੇ ਵੀ ਸੁਣਾਉਂਦਾ ਹੈ, ਤੇ ਸਕੂਲ ਦਾ ਵਰਕ ਆ ਕੇ ਮਾਂ-ਬਾਪ ਨੂੰ ਸੁਣਾਉਂਦਾ ਹੈ। ਮਾਂ-ਬਾਪ ਬੱਚੇ ਤੋਂ ਪੁੱਛਦਾ ਵੀ ਕੀ ਪੜ੍ਹ ਕੇ ਆਇਆ, ਕੀ ਸੁਣਾ, ਅੱਜ ਤੂੰ ਕੀ ਪੜ੍ਹਿਆ ਆਪਣੇ ਅਧਿਆਪਕ ਤੋਂ, ਕੀ ਟੀਚਰ ਤੇਰੇ ਨੇ ਪੜ੍ਹਾਇਆ, ਬੱਚਾ ਸੁਣਾ ਦਿੰਦਾ। ਪਰ ਜੇ ਬੱਚਾ ਪੁੱਛ ਲੇ ਵੀ ਤੁਸੀਂ ਵੀ ਤਾਂ ਰੋਜ਼ ਗੁਰਦੁਆਰੇ ਜਾਂਦੇ ਹੋ, ਦੱਸੋ ਹੁਕਮਨਾਮੇ ਦੇ ਅਰਥ ਕੀ ਨੇ, ਅੱਜ ਕਿਹੜਾ ਹੁਕਮਨਾਮਾ ਆਇਆ ਸੀ, ਅੱਜ ਕੀਰਤਨ ਵਿੱਚ ਕਿਹੜਾ ਸ਼ਬਦ ਪੜਿਆ ਜਾ ਰਿਹਾ ਸੀ, ਫਿਰ ਲਾਲੇ ਪੈ ਜਾਂਦੇ ਨੇ ਸਾਧ ਸੰਗਤ। ਫਿਰ ਕਹਿੰਦੇ ਸਵਾਲ ਨਹੀਂ ਕਰਨਾ ਇਦਾਂ ਦਾ, ਤੂੰ ਛੋਟਾ ਹੈ ਜੇ, ਤੈਨੂੰ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸਾਧ ਸੰਗਤ, ਸੋਚ ਛੋਟੀ ਵੱਡੀ ਹੁੰਦੀ ਹੈ, ਉਮਰ ਕਰਕੇ ਬੰਦਾ ਉੱਚਾ ਜਾਂ ਨੀਵਾਂ ਨਹੀਂ ਹੁੰਦਾ। ਸੋਚ ਉੱਚਿਆਂ ਕਰਦੀ ਤੇ ਸੋਚ ਨੀਵਿਆਂ ਕਰਦੀ। ਵਜ਼ੀਰ ਖਾਨ ਵੱਡੀ ਉਮਰ ਦਾ ਹੈ, ਸੋਚ ਨੀਵੀਂ ਹੈ। ਸਾਹਿਬਜ਼ਾਦੇ ਛੋਟੀ ਉਮਰ ਦੇ ਨੇ, ਸੋਚ ਉੱਚੀ ਹੈ। ਇਸੇ ਕਰਕੇ ਤਾਂ ਆਪਾਂ ਅਰਦਾਸ ਕਰਦੇ ਨਾ ਵੀ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ, ਤੂੰ ਸਾਡੀ ਮਤ ਦਾ ਰਾਖਾ ਰਵੀਂ। ਸਾਡੀ ਮਤ ਨੀਵੀਂ ਨਹੀਂ ਹੋਣੀ ਚਾਹੀਦੀ, ਮਨ ਨੀਵਾਂ ਹੋਣਾ ਚਾਹੀਦਾ, ਮਤ ਉੱਚੀ ਰਵੇ। ਜਦੋਂ ਮਤ ਉੱਚੀ ਹੋਵੇਗੀ ਨਾ, ਫਿਰ ਅਸੀਂ ਕਦੇ ਵੀ ਉਹਨਾਂ ਦੇ ਪਰ ਉਪਕਾਰਾਂ ਨੂੰ ਭੁੱਲਾਂਗੇ, ਵਿਸਾਰਾਂਗੇ ਨਹੀਂ। ਆਓ ਗੁਰੂ ਕੇ ਪਿਆਰਿਓ, ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਆ ਨਾ, ਘਰਾਂ ਵਿੱਚ ਜਿਹੜੀਆਂ ਮਾਤਾਵਾਂ, ਬਜ਼ੁਰਗ ਮਾਤਾਵਾਂ ਨੇ ਜਾਂ ਭੈਣਾਂ ਨੇ, ਸਭਨਾਂ ਨੂੰ ਬੇਨਤੀ ਹੈ ਮਾਂ ਗੁਜਰ ਕੌਰ ਵਾਲਾ ਰੋਲ ਨਿਭਾਈਏ ਤੇ ਸਾਹਿਬਜ਼ਾਦੇ ਆਪਣੇ ਘਰਾਂ 'ਚ ਤਿਆਰ ਕਰੀਏ। ਪਤਾ ਲੱਗ ਜਾਵੇ ਦੁਸ਼ਮਣ ਨੂੰ, ਪਤਾ ਲੱਗ ਜਾਵੇ ਵਜ਼ੀਰ ਖਾਨ ਦੇ ਵਾਰਸਾਂ ਨੂੰ ਵੀ ਸਾਹਿਬਜ਼ਾਦੇ ਸ਼ਹੀਦ ਨਹੀਂ ਹੋਏ, ਸਾਹਿਬਜ਼ਾਦੇ ਅੱਜ ਵੀ ਜਿਉਂਦੇ ਨੇ। ਇਹ ਅਸੀਂ ਤਾਂ 2-4 ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਇਹ ਫਖਰ ਮਹਿਸੂਸ ਕੀਤਾ ਨਾ, ਪਰ ਇਹ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਪੈਦਾ ਹੋ ਗਏ। ਤਾਂ ਗੁਰੂ ਕੇ ਪਿਆਰਿਓ, ਸਾਡੇ ਇਹ ਦਿਨ ਮਨਾਏ, ਦਿਹਾੜੇ ਮਨਾਏ ਸਫਲੇ ਹੋਣਗੇ। ਕੁਝ ਨਾ ਕੁਝ ਪ੍ਰਾਪਤੀ, ਕੁਝ ਨਾ ਕੁਝ, ਹਰ ਸਾਲ ਇਹ ਦਿਹਾੜੇ ਮਨਾਏ ਜਾਂਦੇ, ਕੁਝ ਨਾ ਕੁਝ ਆਊਟਪੁੱਟ ਕੱਢਿਆ ਕਰੀਏ ਵੀ ਇਸ ਦਿਨਾਂ ਤੇ ਕਿੰਨੇ ਭੈਣਾਂ ਨੇ, ਵੀਰਾਂ ਨੇ ਸਹਿਜ ਪਾਠ ਆਰੰਭ ਕਰ ਦਿੱਤੇ ਨੇ, ਕਿੰਨਿਆਂ ਨੇ ਬਾਣੀ ਨੂੰ ਅਰਥਾਂ ਸਮੇਤ ਸਮਝਣਾ ਸ਼ੁਰੂ ਕਰ ਦਿੱਤਾ, ਕਿੰਨੇ ਭੈਣਾਂ ਵੀਰਾਂ ਨੇ ਗੁਰੂ ਕੇ ਖੰਡੇ ਬਾਟੇ ਦੀ ਪੌਲ ਛਕ ਲਈ ਹੈ, ਕਿੰਨੇ ਗੁਰੂ ਦੇ ਲੜ ਲੱਗ ਗਏ, ਕਿੰਨਿਆਂ ਨੇ ਮਨਮਤ ਤਿਆਗ ਦਿੱਤੀ ਹੈ, ਕਿੰਨਿਆਂ ਨੇ ਨਸ਼ੇ ਤਿਆਗ ਦਿੱਤੇ ਨੇ, ਕਿੰਨਿਆਂ ਨੇ ਕੇਸਾਂ ਦੀ ਬੇਅਦਬੀ ਕਰਨੀ ਛੱਡ ਦਿੱਤੀ ਹੈ। ਇਹ ਆਊਟਪੁੱਟ ਕੱਢਿਆ ਕਰੀਏ, ਆਪਾਂ ਤਿਆਰੀ ਕਰੀਏ ਇਦਾਂ ਦੀ। ਸਭ ਤੋਂ ਖਤਰਨਾਕ ਬਿਮਾਰੀ ਜਿਹੜੀ ਸਾਨੂੰ ਦੁਨੀਆ ਵਿੱਚ ਵੇਖਣ ਨੂੰ ਮਿਲਦੀ ਹੈ ਨਾ, ਉਹ ਹੈ ਨਸ਼ਾ।
ਉਹ ਨਸ਼ਾ, ਨਸ਼ੇ ਵਰਗੀ ਭਿਆਨਕ ਬਿਮਾਰੀ ਜਿਹੜੀ ਹੈ ਨਾ, ਜਿੰਨਾ ਮਰਜ਼ੀ ਧਨਾੜ ਤੇ ਅਮੀਰ ਵਿਅਕਤੀ ਹੋਵੇ ਨਾ, ਉਹ ਦੂਜਿਆਂ ਦੇ ਅੱਗੇ ਹੱਥ ਟੱਡਣ ਲਈ ਮਜਬੂਰ ਕਰ ਦਿੰਦੀ ਹੈ, ਜਿੰਨਾ ਮਰਜ਼ੀ ਧਨਾੜ ਵਿਅਕਤੀ ਹੋਵੇ। ਤੋ ਗੁਰੂ ਕੇ ਪਿਆਰਿਓ, ਬਚਣਾ ਆਪਾਂ, ਜਿਹੜਾ ਤੀਰਾਂ ਦੇ ਅੱਗੇ ਨਹੀਂ ਝੁਕਿਆ, ਜਿਹੜਾ ਤੋਪਾਂ ਦੇ ਗੋਲਿਆਂ ਅੱਗੇ ਨਹੀਂ ਮਰਿਆ, ਜਿਹਨੂੰ ਕਦੇ ਬਰਛੀਆਂ ਨਹੀਂ ਵਿੰਨ ਸਕੀਆਂ, ਜਿਹਨੂੰ ਕਿਧਰੇ ਦੇਗਾਂ ਨਹੀਂ ਉਬਾਲ ਸਕੀਆਂ, ਅੱਜ ਉਹ ਨਸ਼ੇ ਦੀ ਦਲਦਲ ਵਿੱਚ ਧੱਸਦਾ ਨਜ਼ਰ ਆਉਂਦਾ ਹੈ। ਉਹ ਕਹਿੰਦਾ ਰਾਤ ਨੂੰ ਸ਼ਰਾਬ ਪੀਤੇ ਬਿਨਾ, ਡਰਿੰਕ ਕੀਤੇ ਬਿਨਾ, ਨਸ਼ਾ ਕੀਤੇ ਬਿਨਾ ਮੈਨੂੰ ਨੀਂਦ ਨਹੀਂ ਆਉਂਦੀ। ਗੁਰੂ ਕੇ ਪਿਆਰਿਓ, ਸਦਕੇ ਜਾਈਏ ਉਹਨਾਂ ਦੇ ਜਿਹੜੇ ਕੰਡਿਆਂ ਦੀਆਂ ਸੇਜਾਂ ਤੇ ਵੀ ਸੌਂ ਜਾਂਦੇ ਰਹੇ, ਜਿਹੜੇ ਆਪਣੇ ਪਰਿਵਾਰ ਨੂੰ ਵਾਰ ਕੇ ਵੀ ਗੂੜੀ ਨੀਂਦਰ ਸੌਂ ਜਾਂਦੇ ਰਹੇ ਵੀ ਮੈਂ ਕੌਮ ਬਚਾ ਲਈ, ਮੈਂ ਸਰਮਾਇਆ ਬਚਾ ਲਿਆ। ਗੁਰੂ ਕਲਗੀਧਰ ਪਾਤਸ਼ਾਹ ਨੇ 4 ਪੁੱਤ ਵਾਰ ਕੇ ਸਰਮਾਇਆ ਬਚਾਇਆ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ 2 ਛੱਡ ਕੇ ਤੇ 3 ਕਰੋੜ ਸਿੱਖ ਪੈਦਾ ਕਰਕੇ ਕੌਮ ਦਾ ਸਰਮਾਇਆ ਬਚਾਇਆ। ਅਸੀਂ ਧਿਆਨ ਨਾਲ ਸਮਝਿਓ ਇਸ ਗੱਲ ਨੂੰ। ਕਈ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਆਖੇ ਨਹੀਂ ਲੱਗੇ। ਗੁਰੂ ਸਾਹਿਬ ਨੇ 2 ਦੀ ਪਰਵਾਹ ਨਹੀਂ ਕੀਤੀ। ਉਹਨਾਂ ਕਿਹਾ ਵੀ ਜਿਹੜੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਡੁੱਬਦੇ ਜਾ ਰਹੇ ਨੇ ਨਾ, ਜ਼ਰਾ ਕੋ ਉਧਰ ਧਿਆਨ ਦੇਣ ਦੀ ਲੋੜ ਹੈ। ਤਾਂ ਗੁਰੂ ਕੇ ਪਿਆਰਿਓ, ਆਓ ਆਪਣੇ ਕੀਮਤੀ ਇਸ ਤਵਾਰੀਖ ਇਤਿਹਾਸ ਨੂੰ ਚੇਤੇ ਕਰਦੇ ਹਾਂ। ਅੱਜ ਉਹਨਾਂ ਦੇ ਪਰ ਉਪਕਾਰਾਂ ਨੂੰ ਚੇਤੇ ਕਰਦੇ ਹਾਂ, ਉਹਨਾਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਹੈ। ਤੇ ਆਪਾਂ ਪੜ੍ਹਨ ਕਰੀਏ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਅੰਦਰ ਸੱਚ ਨੂੰ ਦ੍ਰਿੜ ਕਰੀਏ, ਸੱਚ ਬੋਲਣ ਦੀ ਹਿੰਮਤ ਰੱਖੀਏ, ਸਾਹਿਬਜ਼ਾਦਿਆਂ ਦੇ ਵਾਰਸ ਬਣੀਏ। ਜੇ ਅਸੀਂ ਸਾਹਿਬਜ਼ਾਦਿਆਂ ਦੇ ਵਾਰਸ ਨਾ ਬਣੇ ਤਾਂ ਆਉਣ ਵਾਲੀਆਂ ਕੌਮਾਂ ਸਾਡੇ ਲਈ ਸਵਾਲ ਕਰਨਗੀਆਂ। ਕਿੰਨਾ ਪਿਆਰਾ ਲਿਖਿਆ ਕਵੀ ਅੱਲਾ ਯਾਰ ਖਾਂ ਜੋਗੀ ਨੇ, ਹਮ ਜਾਨ ਦੇ ਕੇ औरों की जाने बचा चले, सिक्खी की है नींव सरों पे उठा चले, गुरियाई का किस्सा जहां से बना चले, गद्दी और तख अब कौम पाएगी, जालमों का निशान तक मिटाएगी। ते ऐसी गल वो कह के साडी झोली विच सरमाया पा के गए कि तुसी जालमां दा खात्मा करना है, तुसी ताजो तख्त दे मालक बनना है। और असी अपनी जान दे के, अपने तन की हुत्ती दे के, असी अपना आपा वार के तुहानू सीधे रस्ते पा चले। आओ गुरु के प्यारिओ, सीधे रस्ते पै रहिए। बाणी गुरु, गुरु है बाणी, विच बाणी अमृत सारे, गुर बाणी कहे सेवक जन माने, प्रतख गुरु निस्तारे। गुरु रहमत करे। आप सरबत संगतां दा बहुत बहुत धन्यवाद, जिन्हां ने एकाग्रता दे नाल श्रवण कीता है। प्रबंधक जनां दा बहुत बहुत धन्यवाद। अखीर दे विच ये जिहड़े सारे समागम इत्थे उलीके जा रहे ने, गुरु नानक मिशन सेवा सोसाइटी RS पुरा वल्लों जिहड़ा ये सारा उपराला कीता गया है। गुरु किरपा करे। आप सब दा धन्यवाद, उन्हां वीरां दा भी धन्यवाद जिन्हां ने ये सारा प्रबंध कीता है। शुकराना धन गुरु ग्रंथ साहिब सच्चे पातशाह महाराज जी दा। अखीर विच गुरमत ज्ञान मिशनरी कॉलेज लुधियाना वालों जम्मू सर्कल दीयां सारियां संगतां दा तहे दिलों धन्यवाद। शुक्र पिता गुरु जी दा। आओ फतेह प्रवान करो। भुल्लां मेरियां सारे गज के आखो जी वाहिगुरु जी का खालसा वाहिगुरु जी की